ਸਟਾਰਟ। ਕਣਕ ਅਤੇ ਝੋਨੇ ਤੋਂ ਇਲਾਵਾ ਮੱਕੀ ਪੰਜਾਬ ਦੀ ਮਹੱਤਵਪੂਰਨ ਫਸਲ ਹੈ। ਡੰਡੀ ਇਸ ਦੀ ਕਾਸ਼ਤ ਸਾਰਾ ਸਾਲ ਵੱਖ ਵੱਖ ਮੌਸਮਾਂ ਵਿੱਚ ਹੁੰਦੀ ਹੈ। ਡੰਡੀ ਮਨੁੱਖਾਂ ਅਤੇ ਪਸ਼ੂਆਂ ਦੀ ਖੁਰਾਕ ਤੋਂ ਇਲਾਵਾ ਇਸ ਦੀ ਸਨਅਤੀ ਮਹੱਤਤਾ ਵੀ ਬਹੁਤ ਵੱਧ ਰਹੀ ਹੈ। ਡੰਡੀ ਪੰਜਾਬ ਵਿੱਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ, ਆਲੂ ਅਤੇ ਮਟਰ ਦੀ ਫਸਲ ਤੋਂ ਬਾਅਦ ਫਸਲੀ ਚੱਕਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਡੰਡੀ ਪੱਕਣ ਸਮੇਂ ਵਧੇਰੇ ਤਾਪਮਾਨ ਕਾਰਨ ਜ਼ਿਆਦਾ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ। ਡੰਡੀ ਇਸ ਲਈ ਫਸਲ ਦੀ ਸਮੇਂ ਸਿਰ ਬੈਡਾਂ 'ਤੇ ਬਿਜਾਈ ਅਤੇ ਤੁਪਕਾ ਸਿੰਚਾਈ ਰਾਹੀਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਡੰਡੀ ਮੱਕੀ ਦੀ ਉੱਨਤ ਕਿਸਮਾਂ PMH-10 ਇਹ ਇਕਹਿਰੇ ਮੇਲ ਦੀ ਦੋਗਲੀ ਕਿਸਮ ਹੈ। ਡੰਡੀ ਇਸ ਦਾ ਕੱਦ ਦਰਮਿਆਨਾ ਅਤੇ ਛੱਲੀਆਂ ਦਰਮਿਆਨੀ ਉਚਾਈ 'ਤੇ ਲੱਗਦੀਆਂ ਹਨ। ਡੰਡੀ ਇਹ ਤਕਰੀਬਨ 120 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦਾ ਔਸਤ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ। ਡੰਡੀ P1844 ਇਸ ਦੇ ਬੂਟੇ ਲੰਮੇ ਅਤੇ ਪੱਤੇ ਦਰਮਿਆਨੇ ਚੌੜੇ ਹੁੰਦੇ ਹਨ। ਡੰਡੀ ਇਹ ਤਕਰੀਬਨ 120 ਦਿਨ ਵਿੱਚ ਪੱਕਦੀ ਹੈ। ਡੰਡੀ ਇਸ ਦਾ ਔਸਤਨ ਝਾੜ 32 ਕੁਇੰਟਲ ਪ੍ਰਤੀ ਏਕੜ ਹੈ। ਡੰਡੀ DKC 9108 ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ। ਡੰਡੀ ਇਸ ਉੱਤੇ ਛੱਲੀਆਂ ਘੱਟ ਉਚਾਈ 'ਤੇ ਲੱਗਦੀਆਂ ਹਨ। ਡੰਡੀ ਇਹ ਤਕਰੀਬਨ 122 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 32 ਕੁਇੰਟਲ ਪ੍ਰਤੀ ਏਕੜ ਹੈ। ਡੰਡੀ PMH-8 ਇਸ ਦੋਗਲੀ ਕਿਸਮ ਦੇ ਪੌਦੇ ਦਰਮਿਆਨੇ ਉੱਚੇ ਅਤੇ ਛੱਲੀਆਂ ਦਰਮਿਆਨੀ ਉਚਾਈ 'ਤੇ ਲੱਗਦੀਆਂ ਹਨ। ਡੰਡੀ ਇਹ ਕਿਸਮ 117 ਦਿਨਾਂ ਵਿੱਚ ਪੱਕ ਜਾਂਦੀ ਹੈ। ਡੰਡੀ ਇਸ ਕਿਸਮ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਹੈ। ਡੰਡੀ PMH-7 ਇਸ ਦਾ ਕੱਦ ਦਰਮਿਆਨਾ ਅਤੇ ਛੱਲੀਆਂ ਦਰਮਿਆਨੀ ਉਚਾਈ 'ਤੇ ਲੱਗਦੀਆਂ ਹਨ। ਡੰਡੀ ਇਹ ਕਿਸਮ 115 ਦਿਨਾਂ ਵਿੱਚ ਪੱਕਦੀ ਹੈ। ਡੰਡੀ ਇਸ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਡੰਡੀ PMH-1 ਇਸ ਦੋਗਲੀ ਕਿਸਮ ਦੇ ਬੂਟੇ ਲੰਮੇ ਅਤੇ ਇਸ ਦਾ ਤਣਾ ਤਰਤੀਬਵਾਰ ਟੇਢਾ ਮੇਢਾ ਅਤੇ ਹਲਕੇ ਬੈਂਗਣੀ ਰੰਗ ਦਾ ਹੁੰਦਾ ਹੈ। ਡੰਡੀ ਇਹ ਕਿਸਮ ਤਕਰੀਬਨ 118 ਦਿਨਾਂ ਵਿੱਚ ਪੱਕ ਜਾਂਦੀ ਹੈ। ਡੰਡੀ ਇਸ ਦਾ ਔਸਤ ਝਾੜ 27.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਡੰਡੀ ਮੱਕੀ ਦੀ ਕਾਸ਼ਤ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਡੰਡੀ ਬੀਜ ਦੀ ਮਾਤਰਾ ਅਤੇ ਸੋਧ ਵਧੇਰੇ ਝਾੜ ਲੈਣ ਲਈ 10 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ। ਡੰਡੀ ਬਹਾਰ ਰੁੱਤ ਦੀ ਮੱਕੀ ਦੀ ਫਸਲ ਕਾਸ਼ਤ ਵਿੱਚ ਬੀਜ ਦੀ ਸੋਧ ਦਾ ਅਹਿਮ ਯੋਗਦਾਨ ਹੈ। ਡੰਡੀ ਅਮਰੀਕਾ, ਕੈਨੇਡਾ ਹੱਦ ਉੱਤੇ ਨਵ-ਜੰਮੇ ਬੱਚੇ ਸਮੇਤ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ ਗੈਰ ਕਾਨੂੰਨੀ ਪ੍ਰਵਾਸ ਨਾਲ ਜੁੜੀ ਅਤਿ ਦੁਖਦਾਈ ਘਟਨਾ ਹੈ। ਡੰਡੀ ਗੁਜਰਾਤ ਦੇ ਇੱਕ ਪਿੰਡ ਨਾਲ ਸੰਬੰਧਿਤ ਵੱਡੇ ਜਥੇ ਦੇ ਹਿੱਸਾ ਇਹ ਗੈਰ ਕਾਨੂੰਨੀ ਪ੍ਰਵਾਸੀ -35 ਡਿਗਰੀ ਤਾਪਮਾਨ ਦੇ ਬਾਵਜੂਦ 11 ਘੰਟਿਆਂ ਤੋਂ ਕੈਨੇਡਾ ਤੋਂ ਅਮਰੀਕਾ ਵੱਲ ਚੱਲ ਰਹੇ ਸਨ। ਡੰਡੀ ਇਹਨਾਂ ਵਿੱਚ ਇੱਕ ਪੁਰਸ਼
ਔਰਤ, ਲੜਕਾ ਅਤੇ ਬੱਚਾ ਸ਼ਾਮਿਲ ਸਨ। ਡੰਡੀ। ਅਮਰੀਕਾ ਦੇ ਮਿਨੀਸੋਟਾ ਰਾਜ ਵਿੱਚ ਦਰਜ ਰਿਪੋਰਟ ਅਨੁਸਾਰ ਇਹ ਮਨੁੱਖੀ ਤਸਕਰੀ ਦੀ ਘਟਨਾ ਹੈ। ਡੰਡੀ। ਇਸ ਕੇਸ ਵਿੱਚ ਤਸਕਰੀ ਦੇ ਦੋਸ਼ ਹੇਠ ਇੱਕ ਅਮਰੀਕੀ ਨਾਗਰਿਕ ਨੂੰ ਵੀ ਫੜਿਆ ਹੈ। ਡੰਡੀ। ਅਮਰੀਕਾ ਦੇ ਸ਼ਿਕਾਗੋ ਸਥਿਤ ਭਾਰਤੀ ਦੂਤਾਵਾਸ ਨੇ ਇੱਕ ਟੀਮ ਮਿਨੀ ਪੁਲਿਸ ਭੇਜੀ ਹੈ ਜੋ ਜਾਂਚ ਵਿੱਚ ਮਦਦ ਕਰ ਰਹੀ ਹੈ। ਡੰਡੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਨੂੰ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਕਿਹਾ ਹੈ। ਡੰਡੀ। ਇਹ ਆਪਣੀ ਕਿਸਮ ਦੀ ਕੋਈ ਪਹਿਲੀ ਘਟਨਾ ਨਹੀਂ। ਡੰਡੀ। ਪੈਰਾ। ਗੈਰ ਕਾਨੂੰਨੀ ਪ੍ਰਵਾਸ ਦੇ ਅੰਕੜੇ ਇਕੱਠੇ ਕਰਨ ਵਾਲੀ ਸੰਸਥਾ ਦੀ ਰਿਪੋਰਟ ਅਨੁਸਾਰ 2021 ਵਿੱਚ ਮੈਕਸੀਕੋ ਅਮਰੀਕਾ ਹੱਦ ਪਾਰ ਕਰਦਿਆਂ 650 ਜੀਆਂ ਦੀ ਜਾਨ ਗਈ। ਡੰਡੀ। ਸੰਸਥਾ ਨੇ ਇਸ ਰੁਝਾਨ ਦੇ ਵਾਧੇ 'ਤੇ ਅਫਸੋਸ ਜਤਾਇਆ ਹੈ। ਡੰਡੀ। ਇਹ ਸੰਸਥਾ 2014 ਤੋਂ ਗੈਰ ਕਾਨੂੰਨੀ ਹੱਦ ਪਾਰ ਕਰਨ ਵਾਲਿਆਂ ਦੇ ਅੰਕੜੇ ਇਕੱਠੇ ਕਰ ਰਹੀ ਹੈ। ਡੰਡੀ। ਅਮਰੀਕਾ ਅਤੇ ਹੋਰ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵੱਧ ਰਹੀ ਹੈ। ਡੰਡੀ। ਟਰੰਪ ਸਰਕਾਰ ਸਮੇਂ ਅਮਰੀਕਾ ਨੇ ਅਜਿਹੇ ਲੋਕਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਸੀ। ਡੰਡੀ। ਗੈਰ ਕਾਨੂੰਨੀ ਪ੍ਰਵਾਸ ਕੋਈ ਨਵਾਂ ਵਰਤਾਰਾ ਨਹੀਂ ਬਲਕਿ ਲੰਮੇ ਸਮੇਂ ਤੋਂ ਲੋਕ ਵੱਖ-ਵੱਖ ਰਸਤਿਆਂ ਰਾਹੀਂ ਪਹਿਲਾਂ ਇੱਕ ਮੁਲਕ ਅਤੇ ਫਿਰ ਦੂਜੇ ਤੀਜੇ ਰਾਹੀਂ ਆਪਣਾ ਜੀਵਨ ਜੋਖਮ ਵਿੱਚ ਪਾ ਕੇ ਜਾ ਰਹੇ ਹਨ। ਡੰਡੀ। ਇਸ ਦਾ ਅਰਥ ਇਹ ਵੀ ਹੈ ਕਿ ਉਹ ਆਪਣੇ ਮੁਲਕ ਵਿੱਚ ਭਵਿੱਖ ਦੀ ਸੰਭਾਵਨਾ ਛੱਡ ਚੁੱਕੇ ਹਨ। ਡੰਡੀ। ਇਸੇ ਲਈ ਅਮਰੀਕਾ, ਕੈਨੇਡਾ ਅਤੇ ਹੋਰ ਵਿਕਸਿਤ ਮੁਲਕ ਉਹਨਾਂ ਜਾਂ ਉਹਨਾਂ ਦੇ ਬੱਚਿਆਂ ਦੇ ਭਵਿੱਖ ਦੇ ਮੁਲਕ ਵਜੋਂ ਦਰਜ ਹੋ ਚੁੱਕੇ ਹਨ। ਡੰਡੀ। ਪੈਰਾ। ਭਾਰਤੀ ਹਾਕਮ ਲੱਖ ਦਾਅਵੇ ਕਰਨ ਕਿ ਮੁਲਕ ਨੂੰ ਸੰਸਾਰ ਤਾਕਤ ਬਣਾ ਦੇਵਾਂਗੇ ਜਾਂ ਅਗਲੀ ਸਦੀ ਭਾਰਤ ਦੇ ਨਾਮ ਹੋਵੇਗੀ, ਪਰ ਫਿਲਹਾਲ ਵੱਖ-ਵੱਖ ਰਾਜਾਂ ਖਾਸ ਕਰ ਵਿਕਸਿਤ ਰਾਜਾਂ ਵਿੱਚੋਂ ਪ੍ਰਵਾਸ ਅਜਿਹੇ ਦਾਅਵਿਆਂ ਨੂੰ ਖੋਖਲਾ ਸਾਬਤ ਕਰ ਰਿਹਾ ਹੈ। ਡੰਡੀ। ਸਿਆਸੀ ਜਮਾਤ ਵਾਸਤੇ ਇਹ ਕੋਈ ਬੁਰਾ ਰੁਝਾਨ ਨਹੀਂ ਬਲਕਿ ਉਹਨਾਂ ਦੀਆਂ ਨੀਤੀਆਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਿੱਚ ਸਹਾਇਤਾ ਕਰਨ ਵਾਲੀਆਂ ਹਨ। ਡੰਡੀ। ਗੁਜਰਾਤ, ਕੇਰਲ, ਪੰਜਾਬ ਆਦਿ ਤੋਂ ਕਾਨੂੰਨੀ ਗੈਰ ਕਾਨੂੰਨੀ ਪ੍ਰਵਾਸ ਸਭ ਤੋਂ ਵੱਧ ਹੋ ਰਿਹਾ ਹੈ। ਡੰਡੀ। ਇਸ ਦੇ ਬਾਵਜੂਦ ਸਿਆਸੀ ਜਮਾਤ ਦੇ ਅੰਦਰ ਜਾਂ ਸਮਾਜਿਕ ਖੇਤਰ ਵਿੱਚ ਪ੍ਰਵਾਸ ਦੇ ਚੰਗੇ ਮਾੜੇ ਪੱਖਾਂ ਜਾਂ ਬੇਭਰੋਸਗੀ ਨੂੰ ਭਰੋਸੇ ਵਿੱਚ ਤਬਦੀਲ ਕਰਨ ਲਈ ਕੋਈ ਸੰਵਾਦ ਦਿਖਾਈ ਨਹੀਂ ਦੇ ਰਿਹਾ। ਡੰਡੀ। ਜਿਹੜਾ ਰਾਜ ਜਾਂ ਮੁਲਕ ਆਪਣਾ ਹੁਨਰ, ਲਿਆਕਤ, ਪ੍ਰਤਿਭਾ ਅਤੇ ਧਨ ਦੌਲਤ ਮੁਲਕ ਵਿੱਚ ਰੱਖਣ ਦੀ ਵਿਉਂਤ ਨਹੀਂ ਬਣਾਉਂਦਾ, ਉਹ ਵਿਕਸਿਤ ਜਾਂ ਲੋਕਾਂ ਲਈ ਬਿਹਤਰ ਜੀਵਨ ਦੇਣ ਦੀ ਸੋਚ ਵੀ ਨਹੀਂ ਸਕਦਾ। ਡੰਡੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਨੀਤੀਗਤ ਫੈਸਲੇ ਕਰਨ ਦੀ ਲੋੜ ਹੈ। ਡੰਡੀ। ਸਟਾਰਟ। ਕੋਰੋਨਾ ਵਾਇਰਸ ਦੀ ਬਿਮਾਰੀ ਪ੍ਰਤੀ ਸਰਕਾਰਾਂ, ਵਿਗਿਆਨੀ ਅਤੇ ਡਾਕਟਰਾਂ ਵਿੱਚ ਸਪਸ਼ਟਤਾ ਦੀ ਘਾਟ ਸਾਫ਼ ਨਜ਼ਰ ਆ ਰਹੀ ਹੈ। ਡੰਡੀ। ਜਿੱਥੇ ਇੰਗਲੈਂਡ ਨੇ ਮਾਸਕਾਂ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ, ਉੱਥੇ ਚੀਨ ਜਿਹੇ ਦੇਸ਼ ਪ੍ਰਭਾਵਿਤ ਸਥਾਨਾਂ 'ਤੇ
ਅਜੇ ਵੀ ਤਾਲਾਬੰਦੀ ਕਰ ਰਹੇ ਹਨ ਡੰਡੀ। ਭਾਰਤ ਵਿੱਚ ਸੂਬਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ ਡੰਡੀ। ਟੈਲੀਵਿਜ਼ਨਾਂ 'ਤੇ ਬਹਿਸ ਕਰਦੇ ਸਿਹਤ ਵਿਗਿਆਨੀ ਵੀ ਕਰੋਨਾ ਵਾਇਰਸ ਅਤੇ ਇਸ ਦੇ ਨਵੇਂ ਰੂਪ ਓਮੀਕਰੋਨ ਬਾਰੇ ਵੱਖ-ਵੱਖ ਰਾਏ ਦੇ ਰਹੇ ਹਨ ਡੰਡੀ। ਪੰਜ ਸੂਬਿਆਂ ਵਿੱਚ ਫਰਵਰੀ ਮਾਰਚ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹਨ ਡੰਡੀ। ਕੇਂਦਰੀ ਚੋਣ ਕਮਿਸ਼ਨ ਨੇ ਪਹਿਲੇ ਪੜਾਅ ਵਿੱਚ ਵੋਟਾਂ ਪਾਉਣ ਵਾਲੇ ਹਲਕਿਆਂ ਵਿੱਚ 28 ਜਨਵਰੀ ਤੋਂ ਅਤੇ ਦੂਜੇ ਪੜਾਅ ਵਿੱਚ ਵੋਟਾਂ ਪਾਉਣ ਵਾਲੇ ਹਲਕਿਆਂ ਵਿੱਚ 1 ਫਰਵਰੀ ਤੋਂ 500 ਵਿਅਕਤੀਆਂ ਦੀ ਹੱਦ ਤੱਕ ਜਲਸੇ ਕਰਨ ਦੀ ਛੋਟ ਦਿੱਤੀ ਹੈ ਡੰਡੀ। ਘਰ ਘਰ ਜਾ ਕੇ ਪ੍ਰਚਾਰ ਮੁਹਿੰਮ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 5 ਤੋਂ ਵਧਾ ਕੇ 10 ਕਰ ਦਿੱਤੀ ਗਈ ਹੈ ਡੰਡੀ। ਇਹ ਛੋਟਾਂ ਉਹਨਾਂ ਹਲਕਿਆਂ ਵਿੱਚ ਮਿਲਣਗੀਆਂ ਜਿੱਥੇ ਵੋਟਾਂ 10 ਅਤੇ 14 ਫਰਵਰੀ ਨੂੰ ਪੈਣੀਆਂ ਹਨ ਡੰਡੀ। ਚੋਣ ਪ੍ਰਚਾਰ ਕਰਨ ਲਈ ਮਿਲ ਰਹੀਆਂ ਛੋਟਾਂ ਹਫ਼ਤੇ ਦੇ ਅੰਤ ਵਿੱਚ ਲਾਏ ਜਾ ਰਹੇ ਕਰਫਿਊ, ਸਕੂਲਾਂ ਅਤੇ ਕਾਲਜਾਂ ਨੂੰ ਖੋਲ੍ਹਣ ਵਿੱਚ ਹਿਚਕਚਾਹਟ ਤੋਂ ਜ਼ਾਹਰ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਇਕਸਾਰ ਪਹੁੰਚ ਨਹੀਂ ਬਣਾ ਸਕੀਆਂ ਡੰਡੀ। ਦਿੱਲੀ ਸਰਕਾਰ ਨੇ ਹਫ਼ਤੇ ਦੇ ਅੰਤ ਵਿੱਚ ਲਾਇਆ ਜਾ ਰਿਹਾ ਕਰਫਿਊ ਅਤੇ ਕੁਝ ਹੋਰ ਪਾਬੰਦੀਆਂ ਵਿੱਚ ਛੋਟ ਦੇਣ ਦੀ ਸਿਫਾਰਿਸ਼ ਕੀਤੀ ਸੀ, ਪਰ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਡੰਡੀ। ਕੇਂਦਰ ਸਰਕਾਰ ਵੀ ਦੁਬਿਧਾ ਦਾ ਸ਼ਿਕਾਰ ਹੈ ਡੰਡੀ। ਕੋਵਿਡ-19 ਦੇ ਮਾਮਲੇ ਵਿੱਚ ਜ਼ਮੀਨੀ ਪੱਧਰ 'ਤੇ ਡਾਕਟਰ, ਨਰਸਾਂ, ਸਿਹਤ ਕਰਮਚਾਰੀਆਂ ਨੇ ਡਟ ਕੇ ਕੰਮ ਕੀਤਾ, ਪਰ ਖੋਜ ਦੇ ਪੱਧਰ 'ਤੇ ਓਨੇ ਵਿਆਪਕ ਉਪਰਾਲੇ ਨਹੀਂ ਹੋਏ ਜਿੰਨੇ ਹੋਣੇ ਚਾਹੀਦੇ ਸਨ ਡੰਡੀ। ਬਹੁਤ ਸਾਰੇ ਸੂਬਿਆਂ ਵਿੱਚ ਓਮੀਕਰੋਨ ਦੀ ਸ਼ਨਾਖਤ ਕਰਨ ਵਾਲੇ ਕੈਮੀਕਲ ਪਦਾਰਥਾਂ ਅਤੇ ਹੋਰ ਸਹੂਲਤਾਂ ਦੀ ਕਮੀ ਹੈ ਡੰਡੀ। ਇਸ ਕਾਰਨ ਕੋਵਿਡ-19 ਤੋਂ ਪ੍ਰਭਾਵਿਤ ਹੋਏ ਮਰੀਜ਼ਾਂ ਬਾਰੇ ਜਾਣਕਾਰੀ ਤਾਂ ਮਿਲ ਰਹੀ ਹੈ, ਪਰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਓਮੀਕਰੋਨ ਰੂਪ ਤੋਂ ਪ੍ਰਭਾਵਿਤ ਹੋ ਰਹੇ ਹਨ ਜਾਂ ਇਸ ਤੋਂ ਪਹਿਲੇ ਰੂਪਾਂ ਤੋਂ ਡੰਡੀ। ਕੁੱਲ ਮਿਲਾ ਕੇ ਅੰਕੜੇ ਅੰਦਾਜ਼ਿਆਂ 'ਤੇ ਹੀ ਆਧਾਰਿਤ ਹਨ ਅਤੇ ਇਸ ਕਾਰਨ ਨੀਤੀਗਤ ਫੈਸਲੇ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਡੰਡੀ। ਸਦਾ ਵਾਂਗ ਸਾਡੇ ਦੇਸ਼ ਵਿੱਚ ਅਜਿਹੀਆਂ ਕਮੀਆਂ ਵੀ ਸਵੀਕਾਰ ਨਹੀਂ ਕੀਤਾ ਜਾ ਰਿਹਾ ਡੰਡੀ। ਦੇਸ਼ ਦੀਆਂ ਸਿਹਤ ਅਤੇ ਖੋਜ ਖੇਤਰ ਵਿੱਚ ਸਮਰੱਥਾਵਾਂ ਦੀਆਂ ਸੀਮਾਵਾਂ ਬਾਰੇ ਸਭ ਨੂੰ ਪਤਾ ਹੈ, ਪਰ ਸਰਕਾਰਾਂ ਉਹਨਾਂ ਸੀਮਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਾਪਤ ਵਸੀਲਿਆਂ ਨੂੰ ਸਹੀ ਢੰਗ ਨਾਲ ਵਰਤਣ ਵੱਲ ਧਿਆਨ ਨਹੀਂ ਦਿੰਦੀਆਂ ਡੰਡੀ। ਇਸੇ ਕਾਰਨ ਪਿਛਲੇ ਸਾਲ ਅਪ੍ਰੈਲ-ਜੂਨ ਦੌਰਾਨ ਕਰੋਨਾ ਦੀ ਦੂਸਰੀ ਲਹਿਰ ਵਿੱਚ ਲੱਖਾਂ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਡੰਡੀ। ਇਨ੍ਹਾਂ ਸਮਿਆਂ ਵਿੱਚ ਸਰਕਾਰਾਂ ਨੇ ਜਨਤਕ ਖੇਤਰ ਦੇ ਹਸਪਤਾਲਾਂ ਵਿੱਚ ਕੁਝ ਸੁਧਾਰ ਤਾਂ ਜ਼ਰੂਰ ਕੀਤਾ ਹੈ, ਪਰ ਜਨਤਕ ਸਿਹਤ ਪ੍ਰਬੰਧ ਜਿਹੀਆਂ ਅਣਗਹਿਲੀਆਂ ਅਤੇ ਪ੍ਰਤੀਬੱਧਤਾ ਦੀ ਘਾਟ ਦਾ ਸ਼ਿਕਾਰ ਰਿਹਾ ਹੈ ਕਿ ਇਸ ਵਾਸਤੇ ਸਾਰੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਸਕਣਾ ਅਸੰਭਵ ਹੈ ਡੰਡੀ। ਕੁਝ ਵਿਗਿਆਨੀ ਇਹ ਦਲੀਲ ਵੀ ਦੇ ਰਹੇ ਹਨ ਕਿ ਕਰੋਨਾ ਵਾਇਰਸ ਹੋਰ ਵਾਇਰਸਾਂ ਅਤੇ ਫਲੂ ਵਾਂਗ ਬਹੁਤ ਦੇਰ ਤੱਕ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ ਅਤੇ ਇਸ ਕਾਰਨ ਬੇਲੋੜੀਆਂ
ਪਾਬੰਦੀਆਂ ਲਗਾਉਣ ਦੀ ਜ਼ਰੂਰਤ ਨਹੀਂ ਹੈ। ਡੰਡੀ ਇੱਕ ਗੱਲ ਤੇ ਸਭ ਦੀ ਸਹਿਮਤੀ ਹੋ ਸਕਦੀ ਹੈ ਕਿ ਸਿਹਤ ਖੇਤਰ ਸਕੂਲਾਂ, ਕਾਲਜਾਂ ਅਤੇ ਜ਼ਰੂਰੀ ਸੇਵਾਵਾਂ ਦੇ ਖੇਤਰ ਵਿੱਚ ਪਾਬੰਦੀਆਂ ਨਾ ਲਗਾਈਆਂ ਜਾਣ। ਡੰਡੀ ਕਰੋਨਾ ਵਾਇਰਸ ਕਾਰਨ ਹਸਪਤਾਲਾਂ ਵਿੱਚ OPD ਅਤੇ ਆਪਰੇਸ਼ਨ ਕਰਨ 'ਤੇ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਹਟਾਉਣ ਦੀ ਜ਼ਰੂਰਤ ਹੈ, ਕਿਉਂਕਿ ਸਿਹਤ ਖੇਤਰ ਦੇ ਜ਼ਿਆਦਾ ਮਾਹਿਰ ਇਹ ਮਹਿਸੂਸ ਕਰਦੇ ਹਨ ਕਿ ਵੱਖ-ਵੱਖ ਬਿਮਾਰੀਆਂ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਸਿਹਤ ਨੂੰ ਕਰੋਨਾ ਵਾਇਰਸ ਕਾਰਨ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਡੰਡੀ ਕਰੋਨਾ ਦੇ ਮਾਮਲੇ ਵਿੱਚ ਸਰਕਾਰਾਂ ਨੂੰ ਸਥਿਤੀ ਲੋਕਾਂ ਸਾਹਮਣੇ ਸਪਸ਼ਟ ਕਰਨ ਦੀ ਜ਼ਰੂਰਤ ਹੈ। ਡੰਡੀ ਸਟਾਰਟ। ਭਾਰਤ ਦੇ ਪਰਮਾਣੂ ਸਿਧਾਂਤ ਦਾ ਅਹਿਮ ਪਹਿਲੂ ਇਹ ਰਿਹਾ ਹੈ ਕਿ ਇਸ ਦੇ ਵਿਕਾਸ ਮੁਤਲਕ ਸੋਚੇ ਸਮਝੇ ਢੰਗ ਨਾਲ ਰਾਜਦਾਰੀ ਬਣਾ ਕੇ ਰੱਖੀ ਜਾਂਦੀ ਰਹੀ ਹੈ। ਡੰਡੀ ਇਹ ਇਸ ਲਈ ਜ਼ਰੂਰੀ ਸੀ ਕਿਉਂਕਿ ਭਾਰਤ ਦੇ ਪਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਪ੍ਰੋਗਰਾਮਾਂ ਨਾਲ ਪਰਮਾਣੂ ਊਰਜਾ ਵਿਭਾਗ, ਰੱਖਿਆ, ਖੋਜ ਤੇ ਵਿਕਾਸ ਸੰਸਥਾ, DRDO, ਵਿਦਿਅਕ ਸੰਸਥਾਵਾਂ ਅਤੇ ਜਨਤਕ ਤੇ ਪ੍ਰਾਈਵੇਟ ਖੇਤਰ ਦੇ ਵਪਾਰਕ ਅਦਾਰਿਆਂ ਨਾਲ ਸੰਬੰਧਿਤ ਵਿਗਿਆਨੀਆਂ ਤੇ ਇੰਜੀਨੀਅਰਾਂ ਦੀ ਵੱਡੀ ਤਾਦਾਦ ਜੁੜੀ ਹੋਈ ਸੀ। ਡੰਡੀ ਜ਼ਾਹਰ ਹੈ ਕਿ ਭਾਰਤ ਦੇ ਪਰਮਾਣੂ ਪ੍ਰੋਗਰਾਮ ਉੱਤੇ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ ਅਤੇ ਇਸੇ ਤਰ੍ਹਾਂ ਬਰਤਾਨੀਆ, ਫਰਾਂਸ, ਰੂਸ ਤੇ ਬਿਨਾਂ ਸ਼ੱਕ ਚੀਨ ਤੇ ਪਾਕਿਸਤਾਨ ਦੀਆਂ ਵਿਸ਼ੇਸ਼ ਸੰਸਥਾਵਾਂ ਸਮੇਤ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਰਹੀਆਂ ਹਨ। ਡੰਡੀ ਭਾਰਤੀ ਸਾਇੰਸਦਾਨ ਹਾਲਾਂਕਿ ਬੈਲਿਸਟਿਕ ਮਿਜ਼ਾਈਲ ਅਜ਼ਮਾਇਸ਼ਾਂ ਬਾਰੇ ਬਹੁਤ ਸੀਮਤ ਜਿਹੇ ਬਿਆਨ ਜਾਰੀ ਕਰਦੇ ਰਹੇ ਹਨ, ਪਰ ਬੁਲੇਟਿਨ ਆਫ ਐਟੋਮਿਕ ਸਾਇੰਟਿਸਟਸ ਜਿਹੇ ਅਮਰੀਕੀ ਸਾਇੰਸ ਪ੍ਰਕਾਸ਼ਨਾਵਾਂ ਅਤੇ ਇਸੇ ਤਰ੍ਹਾਂ ਮੈਕਾਰਥਰ ਫਾਊਂਡੇਸ਼ਨ ਜਿਹੇ ਹੋਰਨਾਂ ਅਮਰੀਕੀ ਅਦਾਰਿਆਂ ਦੀਆਂ ਪ੍ਰਕਾਸ਼ਨਾਵਾਂ ਵਿੱਚ ਸਾਡੇ ਪਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਬਾਰੇ ਬਹੁਤ ਸਾਰੇ ਵੇਰਵੇ ਮਿਲ ਜਾਂਦੇ ਹਨ। ਡੰਡੀ ਇਸ ਕਿਸਮ ਦੇ ਅਧਿਐਨ ਬਹੁਤ ਸਾਵਧਾਨੀ ਅਤੇ ਕਾਫੀ ਜਾਂਚ ਪਰਖ ਤੋਂ ਬਾਅਦ ਕੀਤੇ ਜਾਂਦੇ ਹਨ। ਡੰਡੀ ਦਿਲਚਸਪ ਗੱਲ ਇਹ ਹੈ ਕਿ ਇਹ ਅਧਿਐਨ ਵੀ ਭਾਰਤ ਅੰਦਰ ਮਿਲਦੀਆਂ ਲਿਖਤਾਂ ਤੋਂ ਕੋਈ ਖਾਸ ਅੱਡਰੀਆਂ ਨਹੀਂ ਹਨ। ਡੰਡੀ ਪਰਾ US ਬੁਲੇਟਿਨ ਆਫ ਅਮਰੀਕਨ ਸਾਇੰਟਿਸਟਸ ਮੁਤਾਬਿਕ ਭਾਰਤ ਕੋਲ 150 ਤੋਂ 200 ਪਰਮਾਣੂ ਹਥਿਆਰ ਬਣਾਉਣ ਲਈ ਲੋੜੀਂਦੇ ਪਲੂਟੋਨੀਅਮ ਦੇ ਭੰਡਾਰ ਮੌਜੂਦ ਹਨ ਤੇ ਚਲੰਤ ਅਨੁਮਾਨ ਮੁਤਾਬਕ ਭਾਰਤ ਕੋਲ 150 ਪਰਮਾਣੂ ਹਥਿਆਰ ਹਨ। ਡੰਡੀ ਇਸ ਤੋਂ ਇਲਾਵਾ ਭਾਰਤ ਵਿੱਚ ਵਿਖੰਡਨ ਸਮੱਗਰੀ ਦੇ ਉਤਪਾਦਨ ਵਿੱਚ ਫਾਸਟ ਬਰੀਡਰ ਅਤੇ ਹੋਰਨਾਂ ਪਲੂਟੋਨੀਅਮ ਰਿਐਕਟਰਾਂ ਜ਼ਰੀਏ ਇਜ਼ਾਫਾ ਕਰਨ ਦੀਆਂ ਕਾਫੀ ਸੰਭਾਵਨਾਵਾਂ ਹਨ। ਡੰਡੀ ਡਾਕਟਰ ਅਕਿਊ ਖਾਨ ਦੇ ਖੁਲਾਸਿਆਂ ਮੁਤਾਬਕ ਚੀਨ ਨੂੰ ਪਾਕਿਸਤਾਨ ਵੱਲੋਂ ਯੂਰੇਨੀਅਮ ਦੀ ਸੁਧਾਈ ਲਈ ਸੈਂਟਰੀਫਿਊਜਨ ਤਕਨਾਲੋਜੀ ਮੁਹੱਈਆ ਕਰਵਾਈ ਗਈ ਸੀ, ਜਿਸ ਦੇ ਵੇਰਵੇ ਉਸਨੇ 1970ਵਿਆਂ ਤੇ 1980ਵਿਆਂ ਵਿੱਚ ਯੂਰਪ ਵਿੱਚੋਂ ਹਾਸਲ ਕੀਤੇ ਸਨ। ਡੰਡੀ ਚੀਨ ਨੇ ਮੋੜਵੇਂ ਰੂਪ ਵਿੱਚ ਪਾਕਿਸਤਾਨ ਨੂੰ ਪਰਮਾਣੂ ਹਥਿਆਰ ਬਣਾਉਣ ਲਈ ਸੋਧੇ ਹੋਏ ਯੂਰੇਨੀਅਮ ਦੀ ਵਰਤੋਂ ਕਰਨ ਦਾ ਤਕਨੀਕੀ ਗਿਆਨ ਮੁਹੱਈਆ ਕਰਵਾਇਆ ਸੀ। ਡੰਡੀ ਚੀਨੀ ਰਾਸ਼ਟਰਪਤੀ ਦੈਂਗ
ਸਿਊ ਪਿੰਗ ਨੇ 1978 ਵਿੱਚ ਵਾਸ਼ਿੰਗਟਨ ਦਾ ਦੌਰਾ ਕੀਤਾ ਸੀ, ਜਿਸ ਕਰਕੇ ਉਸ ਦੀ ਦੋਸਤੀ ਦੇ ਪ੍ਰਭਾਵ ਹੇਠ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਨੇ ਇਹਨਾਂ ਘਟਨਾਵਾਂ ਪ੍ਰਤੀ ਅੱਖਾਂ ਮੀਟੀ ਲਈਆਂ ਸਨ। ਡੰਡੀ ਪਾਰਾ ਸਟਾਕਹੋਮ ਇੰਟਰਨੈਸ਼ਨਲ ਪੀਸ ਇੰਸਟੀਚਿਊਟ ਦੇ ਅਨੁਮਾਨ ਮੁਤਾਬਕ ਚੀਨ ਕੋਲ ਇਸ ਸਮੇਂ 350, ਪਾਕਿਸਤਾਨ ਕੋਲ 165 ਅਤੇ ਭਾਰਤ ਕੋਲ 156 ਪਰਮਾਣੂ ਹਥਿਆਰ ਹਨ। ਡੰਡੀ ਜ਼ਮੀਨੀ ਸਤਹ ਤੋਂ ਦਾਗੀਆਂ ਜਾਣ ਵਾਲੀਆਂ ਆਪਣੀਆਂ ਮਿਜ਼ਾਈਲਾਂ ਤੋਂ ਇਲਾਵਾ ਭਾਰਤ ਨੇ ਮਹੀਨਾ ਕੁ ਪਹਿਲਾਂ ਆਪਣੀ ਤੀਜੀ ਪਰਮਾਣੂ ਪਣਡੁੱਬੀ ਵੀ ਲਾਂਚ ਕੀਤੀ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੀ 8 ਬੈਲਿਸਟਿਕ ਮਿਜ਼ਾਈਲਾਂ ਦਾਗਣ ਦੀ ਸਮਰੱਥਾ ਹੈ। ਡੰਡੀ ਇਸ ਤੋਂ ਪਹਿਲਾਂ 2 ਪਰਮਾਣੂ ਪਣਡੁੱਬੀਆਂ ਦੀ 4 ਬੈਲਿਸਟਿਕ ਮਿਜ਼ਾਈਲਾਂ ਦਾਗਣ ਦੀ ਸਮਰੱਥਾ ਸੀ। ਡੰਡੀ ਭਾਰਤ ਕੋਲ ਹੁਣ ਮਿਜ਼ਾਈਲ ਨੂੰ ਸਹੀ ਆਬੋ ਹਵਾ ਵਾਲੀ ਟਿਊਬ ਵਿੱਚ ਸੀਲਬੰਦ ਕਰਨ ਦੀ ਸਮਰੱਥਾ ਵੀ ਆ ਗਈ ਹੈ, ਤਾਂ ਕਿ ਇਸ ਦੀ ਢੋਆ ਢੁਆਈ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਡੰਡੀ ਹਾਲ ਹੀ ਵਿੱਚ ਪਰਖੀਆਂ ਅਗਨੀ ਪੀ ਅਤੇ ਅਗਨੀ ਵੀ ਮਿਜ਼ਾਈਲਾਂ, ਜਿਨ੍ਹਾਂ ਦੀ ਮਾਰ ਦੀ ਸਮਰੱਥਾ 5500 ਕਿਲੋਮੀਟਰ ਹੈ, ਸਮੇਤ ਮਿਜ਼ਾਈਲਾਂ ਦੀ ਪੂਰੀ ਰੇਂਜ ਲਈ ਇਹ ਸਹੂਲਤ ਹੋਵੇਗੀ। ਡੰਡੀ ਦਿਲਚਸਪ ਗੱਲ ਇਹ ਹੈ ਕਿ ਬਹੁਤ ਸਾਰੇ ਅਧਿਐਨਾਂ ਵਿੱਚ ਇਹ ਗੱਲ ਆਈ ਹੈ ਕਿ ਫਰਾਂਸ ਦੇ ਬਣੇ ਮਿਰਾਜ 2000 ਅਤੇ ਰਫਾਲ ਜਹਾਜ਼ ਭਾਰਤ ਦੇ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੋਣਗੇ। ਡੰਡੀ ਚੀਨ ਨੇ ਪਾਕਿਸਤਾਨ ਨੂੰ ਪਰਮਾਣੂ ਹਥਿਆਰਾਂ ਅਤੇ ਬਹੁਤ ਸਾਰੀਆਂ ਮਿਜ਼ਾਈਲਾਂ ਦੇ ਡਿਜ਼ਾਈਨ ਮੁਹੱਈਆ ਕਰਵਾਏ ਸਨ। ਡੰਡੀ ਚੀਨ ਵੱਲੋਂ ਪਾਕਿਸਤਾਨ ਨੂੰ ਮੁਹੱਈਆ ਕਰਵਾਈਆਂ ਮਿਜ਼ਾਈਲਾਂ ਵਿੱਚ ਥੋੜ੍ਹੀ ਦੂਰੀ ਤੱਕ ਮਾਰ ਕਰਨ ਵਾਲੀ ਗਜ਼ਨਵੀ ਮਿਜ਼ਾਈਲ 320 ਕਿਲੋਮੀਟਰ ਤੋਂ ਲੈ ਕੇ ਸ਼ਹੀਨ 2 ਮਿਜ਼ਾਈਲ 2500 ਕਿਲੋਮੀਟਰ ਅਤੇ ਸ਼ਹੀਨ 3 2750 ਕਿਲੋਮੀਟਰ ਸ਼ਾਮਲ ਹਨ। ਡੰਡੀ ਪਾਕਿਸਤਾਨ ਨੂੰ ਮੁਹੱਈਆ ਕਰਵਾਏ ਚੀਨੀ ਪਰਮਾਣੂ ਹਥਿਆਰਾਂ ਦੇ ਡਿਜ਼ਾਈਨ ਏਕਿਊ ਖਾਨ ਵੱਲੋਂ ਲੀਬੀਆ ਅਤੇ ਇਰਾਕ ਜਿਹੇ ਪਰਮਾਣੂ ਖਾਹਿਸ਼ਾਂ ਰੱਖਣ ਵਾਲੇ ਕਈ ਹੋਰ ਇਸਲਾਮੀ ਮੁਲਕਾਂ ਨੂੰ ਭਿਜਵਾ ਦਿੱਤੇ ਗਏ ਸਨ। ਡੰਡੀ ਹਾਲਾਂਕਿ ਭਾਰਤ ਨੇ ਹੁਣ 3 ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ 3 ਪਣਡੁੱਬੀਆਂ ਬਣਾ ਲਈਆਂ ਹਨ, ਤੇ ਨਾਲ ਹੀ ਰਿਪੋਰਟਾਂ ਮਿਲੀਆਂ ਹਨ ਕਿ ਚੌਥੀ ਪਰਮਾਣੂ ਪਣਡੁੱਬੀ ਅਗਲੇ ਸਾਲ ਤਿਆਰ ਕੀਤੀ ਜਾ ਸਕਦੀ ਹੈ। ਡੰਡੀ ਇਹ ਰਿਪੋਰਟਾਂ ਵੀ ਆਈਆਂ ਹਨ ਕਿ ਭਾਰਤ ਆਪਣੀਆਂ ਮਿਜ਼ਾਈਲਾਂ 'ਤੇ ਕਈ ਤਰ੍ਹਾਂ ਦੇ ਹਥਿਆਰ ਫਿੱਟ ਕਰਨ ਦੀ ਤਕਨਾਲੋਜੀ ਵਿਕਸਿਤ ਕਰ ਰਿਹਾ ਹੈ। ਡੰਡੀ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ ਦੀ ਸਰਜਰੀ ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ ਕਿ 18 ਦਸੰਬਰ 2021 ਨੂੰ ਅਬਦੁਲ ਕਲਾਮ ਰੇਂਜ ਤੋਂ ਭਾਰਤ ਨੇ ਆਪਣੀ ਅਗਨੀ ਪੀ ਮਿਜ਼ਾਈਲ ਦੀ ਦੂਜੀ ਅਜ਼ਮਾਇਸ਼ ਕੀਤੀ ਸੀ। ਡੰਡੀ ਇਸ ਮਿਜ਼ਾਈਲ ਦੀ ਪਹਿਲੀ ਅਜ਼ਮਾਇਸ਼ ਜਨਵਰੀ 2020 ਵਿੱਚ ਕੀਤੀ ਸੀ। ਡੰਡੀ ਇਸ ਨਾਲ ਭਾਰਤ ਦੀ ਪਰਮਾਣੂ ਪਣਡੁੱਬੀਆਂ ਦਾ ਬੇੜਾ ਤਿਆਰ ਹੋ ਸਕਦਾ ਹੈ। ਡੰਡੀ ਇਸ ਦੇ ਨਾਲ ਹੀ ਅਗਨੀ ਵੀ ਮਿਜ਼ਾਈਲਾਂ ਵੀ ਤਿਆਰ ਹੋ ਜਾਣਗੀਆਂ, ਜਿਨ੍ਹਾਂ 'ਤੇ ਕਈ ਤਰ੍ਹਾਂ ਦੇ ਹਥਿਆਰ ਵਾਰ ਹੈੱਡ ਲਾਏ ਜਾ ਸਕਦੇ ਹਨ। ਡੰਡੀ ਘਰੇ
ਰੰਗ ਰੋਗਨ ਕਰਵਾਉਣ ਲਈ ਠੇਕੇਦਾਰ ਨਾਲ ਠੇਕਾ ਮੁੱਕ ਗਿਆ ਡੰਡੀ। ਉਹਨੇ 2 ਬੰਦੇ ਲਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਡੰਡੀ। ਇਹਨਾਂ ਮੁੰਡਿਆਂ ਦੀ ਉਮਰ 25 ਵਰ੍ਹਿਆਂ ਤੋਂ ਹੇਠਾਂ ਹੀ ਹੋਵੇਗੀ ਡੰਡੀ। ਦੋਵੇਂ ਮਿੱਠ ਬੋਲੜੇ ਅਤੇ ਸੁਭਾਅ ਦੇ ਸਾਊ ਡੰਡੀ। ਮੂੰਹ ਵਿੱਚ ਜ਼ਬਾਨ ਨਹੀਂ ਡੰਡੀ। ਜਿੰਨੀ ਗੱਲ ਪੁੱਛੋ ਓਨਾ ਹੀ ਜਵਾਬ ਡੰਡੀ। ਵਾਧੂ ਕੋਈ ਗੱਲ ਨਹੀਂ ਡੰਡੀ। ਸਵੇਰੇ 8:30 ਵਜੇ ਕੰਮ ਵਾਲੇ ਕੱਪੜੇ ਪਾ ਕੇ ਲੱਗ ਜਾਂਦੇ। ਸ਼ਾਮ ਨੂੰ 6 ਵਜੇ ਸਾਨੂੰ ਉਹਨਾਂ ਨੂੰ ਕਹਿਣਾ ਪੈਂਦਾ, ਕਾਕਾ ਕੰਮ ਬੰਦ ਕਰੋ, ਹੁਣ ਅਸੀਂ ਸੈਰ ਨੂੰ ਵੀ ਜਾਣਾ ਡੰਡੀ। ਦੁਪਹਿਰ ਦੇ ਖਾਣੇ ਤੋਂ ਅੱਧੇ ਘੰਟੇ ਬਾਅਦ ਹੀ ਮੁੜ ਕੰਮ 'ਤੇ ਜੁੱਟ ਜਾਂਦੇ ਡੰਡੀ। ਕੋਈ ਵੀ ਉਹਨਾਂ ਨੂੰ ਕੰਮ ਕਰਦਿਆਂ ਸਿੱਖਣ ਨਹੀਂ ਸੀ ਆਉਂਦਾ ਤੇ ਨਾ ਹੀ ਕੋਈ ਬੰਦਾ ਉਹਨਾਂ ਦੀ ਕਾਰਗੁਜ਼ਾਰੀ ਨੋਟ ਕਰਦਾ ਸੀ ਡੰਡੀ। ਠੇਕੇਦਾਰ ਫੋਨ 'ਤੇ ਉਹਨਾਂ ਨੂੰ ਸਭ ਕੁਝ ਸਮਝਾ ਦਿੰਦਾ ਅਤੇ ਜੋ ਕੁਝ ਪੁੱਛਣਾ ਦੱਸਣਾ ਹੁੰਦਾ ਫੋਨ 'ਤੇ ਹੀ ਗੱਲ ਕਰ ਲੈਂਦਾ ਡੰਡੀ। ਕਦੇ ਕਦੇ ਉਹ ਮੈਨੂੰ ਹੀ ਸਵਾਲ ਕਰਦੇ, ਬਾਬੂ ਜੀ ਜਰਾ ਮਾਰ ਲਓ ਨਜ਼ਰ, ਜੇ ਕੋਈ ਕਮੀ ਪੇਸ਼ੀ ਹੈ ਤਾਂ ਦੱਸ ਦਿਓ ਡੰਡੀ। ਮੇਰਾ ਜਵਾਬ ਹੁੰਦਾ, ਉਹ ਭਾਈ ਤੁਸੀਂ ਕੋਈ ਕਸਰ ਛੱਡਦੇ ਹੀ ਨਹੀਂ ਡੰਡੀ। ਤੁਹਾਡੇ ਕੰਮ ਵਿੱਚ ਕੀ ਨੁਕਸ ਕੱਢੀਏ ਡੰਡੀ। ਸੱਚਮੁੱਚ ਕੰਮ ਉਹਨਾਂ ਦਾ ਹੁੰਦਾ ਵੀ ਨਿਰਾ ਸੋਨਾ ਹੀ ਡੰਡੀ ਭਰਾ। ਖੈਰ ਸਾਨੂੰ ਦੋਵਾਂ ਜੀਆਂ ਨੂੰ ਇੰਜ ਲੱਗਾ ਜਿਵੇਂ ਉਹ ਦੋਵੇਂ ਬਹੁਤ ਘੱਟ ਪੜ੍ਹੇ ਲਿਖੇ ਹੋਣ ਡੰਡੀ। ਇੱਕ ਦਿਨ ਛੁੱਟੀ ਸੀ ਡੰਡੀ। ਉਹਨਾਂ ਦੋਹਾਂ ਨੂੰ ਚਾਹ ਦਾ ਕੱਪ ਦਿੰਦਿਆਂ ਸਵਾਲ ਕੀਤਾ, ਕਿੰਨੀ ਦਿਹਾੜੀ ਦੇ ਦਿੰਦਾ ਇਹ ਠੇਕੇਦਾਰ ਤੁਹਾਨੂੰ? ਪ੍ਰਸ਼ਨ ਚਿੰਨ੍ਹ। 450 ਰੁਪਏ ਡੰਡੀ। ਉਹਨਾਂ ਦੀ ਦਿਹਾੜੀ ਸੁਣ ਕੇ ਮੇਰੇ ਬੁੱਲ੍ਹ ਸੀਤੇ ਗਏ, ਪਰ ਮੈਂ ਫਿਰ ਵੀ ਉਹਨਾਂ ਕੋਲੋਂ ਹੋਰ ਬਹੁਤ ਕੁਝ ਪੁੱਛਣ ਦਾ ਚਾਹਵਾਨ ਸੀ ਡੰਡੀ। ਕਾਕਾ ਦਿਹਾੜੀ ਤਾਂ ਬਹੁਤ ਘੱਟ ਹੈ ਡੰਡੀ। ਉਹਨਾਂ 'ਚੋਂ ਇੱਕ ਬੋਲਿਆ, ਬਸ ਜੀ ਗੁਜ਼ਾਰਾ ਹੋ ਰਿਹਾ, ਇੰਨਾ ਹੀ ਬਹੁਤ ਹੈ ਡੰਡੀ। ਮੇਰੇ ਜੇਨ 'ਚ ਸਵਾਲ ਉਹਨਾਂ ਦੀ ਪੜ੍ਹਾਈ ਲਿਖਾਈ ਬਾਰੇ ਪੁੱਛਣ ਦਾ ਸੀ ਡੰਡੀ। ਉਹਨਾਂ ਵਿੱਚੋਂ ਇੱਕ ਬੋਲਿਆ, ਮੈਂ BA ਪਾਸ ਆ ਡੰਡੀ। ਫਿਰ ਆਪਣੇ ਸਾਥੀ ਵੱਲ ਇਸ਼ਾਰਾ ਕਰਕੇ ਕਹਿੰਦਾ, ਇਹਨੇ ITI ਕੀਤੀ ਹੋਈ ਐ ਡੰਡੀ। ਮੈਂ ਗੱਲ ਅੱਗੇ ਤੋਰੀ, ਕੋਈ ਨੌਕਰੀ ਨਹੀਂ ਮਿਲੀ? ਪ੍ਰਸ਼ਨ ਚਿੰਨ੍ਹ। ਕਿੱਥੇ ਜੀ ਸਰਕਾਰੀ ਨੌਕਰੀ ਲਈ ਨਾ ਸਾਡੇ ਕੋਲ ਪੈਸਾ ਤੇ ਨਾ ਹੀ ਕੋਈ ਜੁਗਾੜ ਡੰਡੀ। ਪ੍ਰਾਈਵੇਟ ਕੋਈ 5-7 ਹਜ਼ਾਰ ਤੋਂ ਵੱਧ ਦਿੰਦਾ ਨਹੀਂ ਡੰਡੀ। ਨਾਲੇ ਮਿਲਦੀ ਵੀ ਘਰ ਤੋਂ ਦੂਰ ਐ ਡੰਡੀ। 5-7 ਮਹੀਨਿਆਂ ਬਾਅਦ ਅਗਲੇ ਨਾ ਦੇ ਦਿੰਦੇ ਡੰਡੀ। ਫਿਰ ਅਗਲੀ ਨੌਕਰੀ ਤੱਕ ਘਰ ਬੈਠੋ ਡੰਡੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨਾਂ ਨੂੰ ਕੀ ਪੁੱਛਾਂ। ਪ੍ਰਸ਼ਨ ਚਿੰਨ੍ਹ ਲੱਗਿਆ। ਮੇਰੇ ਸਵਾਲ ਜਵਾਬ ਦੇ ਗਏ ਹਨ ਡੰਡੀ। ਫਿਰ ਵੀ ਮੈਂ ਪੁੱਛ ਲਿਆ, ਤੁਹਾਡਾ ਕੰਮ ਕਰਨ ਦਾ ਸਮਾਂ ਮਿੱਥਿਆ ਹੋਇਆ ਨਹੀਂ? ਪ੍ਰਸ਼ਨ ਚਿੰਨ੍ਹ। ਤੁਸੀਂ ਇੰਨੇ ਸਵਖਤੇ ਆ ਕੇ ਸ਼ਾਮ ਦੇਰ ਤੱਕ ਕੰਮ ਲੱਗੇ ਰਹਿੰਦੇ ਹੋ ਡੰਡੀ। ਉਹਨਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ, ਪ੍ਰਾਈਵੇਟ ਕੰਮ ਕਾਰ ਐ ਜੀ, ਨਖਰੇ ਨਹੀਂ ਚੱਲਦੇ ਡੰਡੀ। ਠੇਕੇਦਾਰ ਝੱਟ ਕਹਿ ਦਿੰਦਾ, ਕਿਤੇ ਹੋਰ ਲੱਭ ਲਓ ਕੰਮ ਡੰਡੀ। ਕੰਮ ਕਰਨ ਵਾਲੇ ਉਹਦੇ ਮਗਰ ਮਗਰ ਘੁੰਮਦੇ ਨੇ ਡੰਡੀ।
ਹੁਣ ਗੱਲ ਠੇਕੇਦਾਰ ਤੇ ਆਣ ਪਹੁੰਚੀ ਸੀ ਡੰਡੀ। ਤੁਹਾਡਾ ਠੇਕੇਦਾਰ ਤਾਂ ਕਦੇ ਆਉਂਦਾ ਨਹੀਂ, ਪ੍ਰਸ਼ਨ ਚਿੰਨ੍ਹ, ਨਾ ਉਹ ਕੰਮ ਚੈੱਕ ਕਰਦਾ ਡੰਡੀ। ਠੇਕੇਦਾਰ ਦਾ ਕੰਮ ਸਿਰਫ ਠੇਕਾ ਲੈਣਾ ਹੈ, ਬਾਕੀ ਸਾਰਾ ਕੰਮ ਸਾਡਾ ਹੁੰਦਾ ਹੈ ਡੰਡੀ। ਉਹ ਸਾਨੂੰ ਕੰਮ ਖਤਮ ਕਰਨ ਦੇ ਦਿਨ ਮਿੱਥ ਦਿੰਦਾ, ਸਾਨੂੰ ਓਨੇ ਦਿਨਾਂ ਵਿੱਚ ਕੰਮ ਖਤਮ ਕਰਨਾ ਹੀ ਪੈਂਦਾ ਡੰਡੀ। ਠੇਕੇਦਾਰ ਦਾ ਕੰਮ ਸਿਰਫ ਠੇਕਾ ਲੈਣਾ ਹੈ, ਬਾਕੀ ਸਾਰਾ ਕੰਮ ਸਾਡਾ ਹੁੰਦਾ ਹੈ ਡੰਡੀ। ਉਹ ਸਾਨੂੰ ਕੰਮ ਖਤਮ ਕਰਨ ਦੇ ਦਿਨ ਮਿੱਥ ਦਿੰਦਾ ਹੈ, ਸਾਨੂੰ ਓਨੇ ਦਿਨਾਂ ਵਿੱਚ ਕੰਮ ਖਤਮ ਕਰਨਾ ਹੀ ਪੈਂਦਾ ਡੰਡੀ। ਮੈਂ ਵਿੱਚੋਂ ਹੀ ਟੋਕਿਆ, ਜੇ ਓਨੇ ਦਿਨਾਂ ਵਿੱਚ ਕੰਮ ਖਤਮ ਨਾ ਹੋਵੇ, ਪ੍ਰਸ਼ਨ ਚਿੰਨ੍ਹ। ਮੇਰੀ ਉਤਸੁਕਤਾ ਵੱਧ ਗਈ ਸੀ ਡੰਡੀ। ਅੱਗਿਓਂ ਉਹੀ ਜਵਾਬ ਸੀ, ਕੰਮ ਨਾ ਖਤਮ ਹੋਣ ਦੀ ਜ਼ਿੰਮੇਵਾਰੀ ਸਾਡੀ ਹੁੰਦੀ ਡੰਡੀ। ਫਿਰ ਸਾਨੂੰ ਵਾਧੂ ਸਮਾਂ ਲਾ ਕੇ ਕੰਮ ਮੁਕਾਉਣਾ ਪੈਂਦਾ ਡੰਡੀ। ਠੇਕੇਦਾਰ ਦੀ ਗੈਰ ਹਾਜ਼ਰੀ ਵਿੱਚ ਜੇ ਕੰਮ ਮਾੜਾ ਹੋ ਜਾਵੇ, ਪ੍ਰਸ਼ਨ ਚਿੰਨ੍ਹ। ਚੰਗੇ ਕੰਮ ਦਾ ਫਿਕਰ ਇੰਨਾ ਠੇਕੇਦਾਰ ਨੂੰ ਨਹੀਂ ਹੁੰਦਾ ਜਿੰਨਾ ਸਾਨੂੰ ਹੁੰਦਾ ਡੰਡੀ। ਮਾੜਾ ਕੰਮ ਕਰਾਂਗੇ ਤਾਂ ਮੁੜ ਕੰਮ ਨਹੀਂ ਮਿਲਣਾ ਡੰਡੀ। ਹੁਣ ਮੈਂ ਥੋੜ੍ਹਾ ਮੁੱਦੇ ਤੋਂ ਹਟ ਕੇ ਪੁੱਛਿਆ, ਐਤਕੀ ਚੋਣਾਂ 'ਚ ਕਿਹੜੀ ਪਾਰਟੀ ਦੀ ਸਰਕਾਰ ਬਣੂ, ਪ੍ਰਸ਼ਨ ਚਿੰਨ੍ਹ। ਉਹਨਾਂ ਦਾ ਜਵਾਬ ਮੁਲਕ ਦੇ ਲੋਕਤੰਤਰ 'ਤੇ ਵਿਅੰਗ ਸੀ। ਸਾਨੂੰ ਕੀ ਪਤਾ ਜੀ, ਕੰਮ ਤੋਂ ਜਾ ਕੇ ਰੋਟੀ ਖਾ ਕੇ ਸੌਂ ਜਾਈਦਾ, ਸਵੇਰੇ ਉੱਠ ਕੇ ਫਿਰ ਕੰਮ 'ਤੇ ਡੰਡੀ। ਉਹ ਦੋਵੇਂ ਗੱਲ ਕਰਦੇ ਕਰਦੇ ਉੱਠ ਖਲੋਏ ਡੰਡੀ। ਉਹਨਾਂ ਇਹ ਵੀ ਪਰਵਾਹ ਨਹੀਂ ਕੀਤੀ ਕਿ ਮੇਰੀ ਗੱਲ ਕਿਤੇ ਅਧੂਰੀ ਨਾ ਰਹਿ ਗਈ ਹੋਵੇ ਡੰਡੀ। ਉਹਨਾਂ ਨੂੰ ਸ਼ਾਇਦ ਲੱਗਾ ਜਿਵੇਂ ਉਹਨਾਂ ਦਾ ਜ਼ਿਆਦਾ ਸਮਾਂ ਖਰਾਬ ਹੋ ਗਿਆ ਹੋਵੇ ਡੰਡੀ। ਉਹਨਾਂ ਦੇ ਜਾਣ ਬਾਅਦ ਮੈਂ ਸੋਚ ਰਿਹਾ ਸੀ, ਇੱਕ ਪਾਸੇ ਉਹ ਸਰਕਾਰੀ ਨੌਕਰੀਆਂ ਹਨ ਜਿਨ੍ਹਾਂ ਵਿੱਚ ਮੈਡੀਕਲ ਭੱਤਾ, ਪੇ ਕਮਿਸ਼ਨ, ਡੀਏ ਦੀਆਂ ਕਿਸ਼ਤਾਂ, ਘੁੰਮਣ ਫਿਰਨ ਲਈ ਸਰਕਾਰੀ ਭੱਤਾ ਤੇ ਹੋਰ 36 ਸਹੂਲਤਾਂ ਨੇ ਡੰਡੀ। 8 ਘੰਟੇ ਤੋਂ ਬਾਅਦ ਕੋਈ ਕੰਮ ਨਹੀਂ ਲੈ ਸਕਦਾ। ਜ਼ਿੰਮੇਵਾਰੀ ਸਮਝੋ ਨਾ ਸਮਝੋ, ਤੁਹਾਡੀ ਮਰਜ਼ੀ 'ਤੇ ਨਿਰਭਰ ਹੈ ਡੰਡੀ। ਪੁੱਛਣ ਵਾਲਾ ਕੋਈ ਨਹੀਂ ਡੰਡੀ। ਨੌਕਰੀ ਤੋਂ ਕੋਈ ਕੱਢ ਨਹੀਂ ਸਕਦਾ ਡੰਡੀ। ਦੂਜੇ ਪਾਸੇ 450 ਰੁਪਏ ਦਿਹਾੜੀ, ਸਾਰਾ ਕੰਮ ਠੇਕੇਦਾਰ 'ਤੇ ਨਿਰਭਰ ਕਰਦਾ ਡੰਡੀ। ਕੰਮ ਚੰਗਾ ਨਾ ਹੋਣ ਦੀ ਸੂਰਤ ਵਿੱਚ ਮੁੜ ਕੰਮ ਨਾ ਮਿਲਣ ਦਾ ਡਰ ਡੰਡੀ। ਕਿੰਨਾ ਚੰਗਾ ਹੁੰਦਾ ਇਹਨਾਂ ਦੀ ਦਿਹਾੜੀ ਦਾ ਵੀ ਸਰਕਾਰ ਨੂੰ ਫਿਕਰ ਹੁੰਦਾ ਡੰਡੀ। ਸਟਾਰਟ। ਚੀਨ ਆਪਣੀਆਂ ਸ਼ਾਵਨਵਾਦੀ ਮਹਾਨ ਹਨ ਪਰੰਪਰਾਵਾਂ ਕਰਕੇ ਇਹ ਦਿਖਾਵਾ ਕਰਦਾ ਰਹੇਗਾ ਕਿ ਉਹ ਭਾਰਤ ਨਾਲ ਕਿਸੇ ਤਰ੍ਹਾਂ ਦੇ ਪਰਮਾਣੂ ਵਾਰਤਾ ਕਰਨ ਵਿੱਚ ਰੁਚੀ ਨਹੀਂ ਲੈਂਦਾ ਡੰਡੀ। ਇਸ ਦੌਰਾਨ ਭਾਰਤ ਪਣਡੁੱਬੀ ਤੋਂ ਦਾਗੀ ਜਾਣ ਵਾਲੀ ਕੇ 4 ਮਿਜ਼ਾਈਲ ਵੀ ਵਿਕਸਿਤ ਕਰ ਰਿਹਾ ਹੈ, ਜਿਸ ਦੀ ਰੇਂਜ 3500 ਕਿਲੋਮੀਟਰ ਹੈ ਡੰਡੀ। ਇਹ ਦਰਮਿਆਨੀ ਦੂਰੀ ਤੱਕ ਮਾਰ ਕਰਨ ਵਾਲੇ ਬਲਾਸਟਿਕ ਮਿਜ਼ਾਈਲ ਅਗਨੀ 3 ਦਾ ਨੇਵਲ ਜਲ ਸੈਨਾ ਦਾ ਰੂਪ ਹੈ ਡੰਡੀ। ਕੇ 4 ਦੀਆਂ ਕਈ ਅਜ਼ਮਾਇਸ਼ਾਂ ਹੋ ਚੁੱਕੀਆਂ ਹਨ, ਪਰ ਅਜੇ ਇਹ
बीड़ी नहीं जा सकी डंडी। इस दियां जनवरी 2020 ਵਿੱਚ ਵਿਸ਼ਾਖਾਪਟਨਮ ਤੱਟ ਦੇ ਨੇੜੇ ਕਈ ਅਜਮਾਇਸ਼ਾਂ ਕੀਤੀਆਂ ਗਈਆਂ ਸਨ ਡੰਡੀ। ਹਾਲਾਂਕਿ DRDO ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ, ਪਰ ਅਧਿਕਾਰੀਆਂ ਦੇ ਹਵਾਲੇ ਨਾਲ ਆਈਆਂ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਅਜਮਾਇਸ਼ ਸਫਲ ਰਹੀ ਸੀ ਡੰਡੀ। ਪਾਕਿਸਤਾਨ ਨੇ ਆਪਣੇ ਪਰਮਾਣੂ ਸਿਧਾਂਤ ਦਾ ਕਦੇ ਖੁਲਾਸਾ ਨਹੀਂ ਕੀਤਾ, ਪਰ ਇਸ ਪਰਮਾਣੂ ਕਮਾਂਡ ਅਥਾਰਟੀ ਸਟ੍ਰੈਟੇਜਿਕ ਪਲਾਨਿੰਗ ਡਿਵੀਜ਼ਨ ਦੇ ਮੁਖੀ ਲੈਫਟੀਨੈਂਟ ਜਨਰਲ ਖਾਲਿਦ ਕਿਦਵਈ ਨੇ ਇਟਲੀ ਦੇ ਲਦਾਓ ਨੈੱਟਵਰਕ ਦੇ ਭੌਤਿਕ ਵਿਗਿਆਨੀਆਂ ਦੀ ਟੀਮ ਨੂੰ 2002 ਵਿੱਚ ਦੱਸਿਆ ਸੀ ਕਿ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦਾ ਕੇਂਦਰ ਬਿੰਦੂ ਭਾਰਤ ਹੈ ਡੰਡੀ। ਕਿਦਵਈ ਨੇ ਇਹ ਵੀ ਆਖਿਆ ਸੀ ਕਿ ਜੇ ਭਾਰਤ ਨੇ ਪਾਕਿਸਤਾਨ ਦੇ ਵੱਡੇ ਖੇਤਰ 'ਤੇ ਕਬਜ਼ਾ ਕਰ ਲਿਆ ਜਾਂ ਪਾਕਿਸਤਾਨ ਦੀ ਥਲ 'ਤੇ ਹਵਾਈ ਸੈਨਾ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੰਦਾ ਹੈ ਤਾਂ ਉਹ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨਗੇ ਡੰਡੀ। ਉਹਨਾਂ ਇਹ ਵੀ ਕਿਹਾ ਕਿ ਜੇ ਭਾਰਤ ਵੱਲੋਂ ਪਾਕਿਸਤਾਨ ਦੇ ਅਰਥਚਾਰੇ ਦੀ ਸੰਘੀ ਘੁੱਟੀ ਗਈ ਜਾਂ ਇਸ ਨੂੰ ਸਿਆਸੀ ਅਸਥਿਰਤਾ ਵੱਲ ਧੱਕਿਆ ਜਾਂਦਾ ਹੈ ਤਾਂ ਵੀ ਉਹ ਪਰਮਾਣੂ ਹਥਿਆਰ ਇਸਤੇਮਾਲ ਕਰ ਸਕਦੇ ਹਨ ਡੰਡੀ ਪਾਰਾ। ਇਹ ਖੁਲਾਸਾ ਅਜਿਹੇ ਸ਼ਖਸ ਨੇ ਕੀਤਾ ਹੈ ਜੋ ਲੰਮੇ ਅਰਸੇ ਤੋਂ ਪਾਕਿਸਤਾਨ ਦੇ ਪਰਮਾਣੂ ਜ਼ਖੀਰਿਆਂ ਦਾ ਨਿਗਾਹਬਾਨ ਰਿਹਾ ਅਤੇ 1971-73 ਵਿੱਚ ਭਾਰਤ ਵਿੱਚ ਜੰਗੀ ਕੈਦੀ ਬਣ ਕੇ ਰਿਹਾ ਸੀ ਡੰਡੀ। ਹਾਲਾਂਕਿ ਭਾਰਤ ਦਾ ਪਾਕਿਸਤਾਨ ਨਾਲ ਲੰਮਾ ਅਰਸਾ ਟਕਰਾਅ ਬਰਕਰਾਰ ਰੱਖ ਕੇ ਆਪਣੇ ਵਸੀਲੇ ਜ਼ਾਇਆ ਕਰਨ ਜਾਂ ਇਸ ਦੇ ਆਬਾਦੀ ਦੇ ਕੇਂਦਰਾਂ 'ਤੇ ਕਬਜ਼ਾ ਜਮਾਉਣ ਦਾ ਕੋਈ ਇਰਾਦਾ ਨਹੀਂ ਹੈ, ਪਰ ਪਾਕਿਸਤਾਨ ਨੂੰ ਹੁਣ ਕਿਸੇ ਕਿਸਮ ਦੇ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਜੇ 26/11 ਹਮਲੇ ਵਰਗੀ ਕੋਈ ਹੋਰ ਕਾਰਵਾਈ ਕੀਤੀ ਗਈ ਤਾਂ ਨਵ ਗਾਂਧੀਵਾਦੀ ਲੀਡਰਸ਼ਿਪ ਵੀ ਹੱਥ 'ਤੇ ਹੱਥ ਧਰ ਕੇ ਨਹੀਂ ਬੈਠੇਗੀ ਡੰਡੀ। ਇਸੇ ਦੌਰਾਨ ਪਾਕਿਸਤਾਨ ਨਾਲ ਅੰਦਰ ਖਾਤੇ ਤੇ ਗੈਰ ਰਸਮੀ ਗੱਲਬਾਤ ਜਾਰੀ ਰੱਖਣ ਵਿੱਚ ਕੋਈ ਹਰਜ ਨਹੀਂ ਹੈ, ਜਿਵੇਂ ਅਸੀਂ ਬੀਤੇ ਵਿੱਚ ਵੀ ਕਈ ਵਾਰ ਕਰ ਚੁੱਕੇ ਹਾਂ ਡੰਡੀ। ਹੁਣ ਸਪਸ਼ਟ ਹੈ ਕਿ ਪਾਕਿਸਤਾਨ ਦਿਵਾਲੀਆ ਹੋ ਚੁੱਕਾ ਹੈ। ਇਸ 'ਤੇ ਕੌਮਾਂਤਰੀ ਵਿੱਤੀ ਅਦਾਰਿਆਂ ਦਾ ਦਬਾਅ ਹੈ ਅਤੇ ਇਸ ਨੂੰ ਭਾਰਤ ਨੂੰ ਅਸਥਿਰ ਕਰਨ ਵਾਸਤੇ ਦਹਿਸ਼ਤਗਰਦਾਂ ਦੀ ਮਦਦ ਲੈਣ ਲਈ ਬਹੁਤ ਜ਼ਿਆਦਾ ਸੋਚ ਵਿਚਾਰ ਕਰਨੀ ਪਵੇਗੀ ਡੰਡੀ। ਇਸ ਦੇ ਨਾਲ ਹੀ ਤਾਲਿਬਾਨ ਵੱਲੋਂ ਡਰੂੰਡ ਲਾਈਨ ਦੇ ਸਵਾਲ 'ਤੇ ਪਖਤੂਨ ਭਾਵਨਾਵਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਤਾਂ ਭਾਰਤ ਵੱਲੋਂ ਕਾਬੁਲ ਨੂੰ ਲੋੜੀਂਦੀ ਆਰਥਿਕ ਮਦਦ ਦੇਣ ਦੀ ਪਹਿਲ ਕਦਮੀ ਨੂੰ ਅਗਾਂਹ ਵਧਾਇਆ ਜਾਣਾ ਚਾਹੀਦਾ ਹੈ ਡੰਡੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ ਵਿੱਚ ਨੋਟ ਕੀਤਾ ਸੀ ਕਿ ਭਾਰਤ ਇਸ ਵੇਲੇ ਪਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਪ੍ਰਤੀਬੱਧਤਾ ਦਾ ਪਾਲਣ ਕਰਦਾ ਹੈ, ਪਰ ਭਵਿੱਖ ਵਿੱਚ ਕੀ ਵਾਪਰਦਾ ਹੈ ਉਹ ਹਾਲਾਤ 'ਤੇ ਨਿਰਭਰ ਕਰੇਗਾ ਡੰਡੀ।
ਸਾਡੇ ਰਾਸ਼ਟਰ ਨੂੰ ਡਾਕਟਰ APJ ਅਬਦੁਲ ਕਲਾਮ ਅਤੇ ਉਹਨਾਂ ਦੇ ਇੰਜੀਨੀਅਰਾਂ ਤੇ ਸਾਇੰਸਦਾਨਾਂ ਅਤੇ ਪਰਮਾਣੂ ਊਰਜਾ ਵਿਭਾਗ ਦੇ ਉੱਘੇ ਵਿਗਿਆਨੀਆਂ ਵੱਲੋਂ ਦੇਸ਼ ਦੇ ਪਰਮਾਣੂ ਤੇ ਮਿਜ਼ਾਈਲਾਂ ਦੇ ਪ੍ਰੋਗਰਾਮ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤਾਂ ਕਿ ਚੀਨ ਅਤੇ ਪਾਕਿਸਤਾਨ ਦੋਵਾਂ ਵੱਲੋਂ ਕੌਮੀ ਸੁਰੱਖਿਆ ਨੂੰ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕੀਤਾ ਜਾ ਸਕੇ। ਡੰਡੀ ਇਸ ਦੇ ਨਾਲ ਹੀ ਪ੍ਰਾਈਵੇਟ ਸੈਕਟਰ ਦੇ ਉਹਨਾਂ ਲੋਕਾਂ ਨੂੰ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਇਸ ਰਾਸ਼ਟਰੀ ਉੱਦਮ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਡੰਡੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਕੀੜੇਮਾਰ ਦਵਾਈ ਗਾਂਚੋ 600 FM 6 ਮਿਲੀਲੀਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧੋ। ਡੰਡੀ ਕੀਟਨਾਸ਼ਕ ਨੂੰ 2 ਹਿੱਸੇ 12 ਮਿਲੀਲੀਟਰ ਪ੍ਰਤੀ ਕਿਲੋ ਬੀਜ ਪਾਣੀ ਵਿੱਚ ਮਿਲਾ ਕੇ ਲੇਟੀ ਬਣਾਓ ਅਤੇ ਚੰਗੀ ਤਰ੍ਹਾਂ ਬੀਜ ਵਿੱਚ ਰਲਾ ਦਿਓ। ਬੀਜ ਨੂੰ ਇਸ ਤਰ੍ਹਾਂ ਸੋਧੋ ਕਿ ਹਰ ਇੱਕ ਬੀਜ ਉੱਤੇ ਪਰਤ ਬਣ ਜਾਵੇ। ਡੰਡੀ ਬਿਜਾਈ ਦਾ ਸਮਾਂ ਅਤੇ ਢੰਗ ਬਹਾਰ ਰੁੱਤ ਦੀ ਫਸਲ ਤੋਂ ਜ਼ਿਆਦਾ ਝਾੜ ਲੈਣ ਲਈ ਇਸ ਦੀ ਬਿਜਾਈ 15 ਫਰਵਰੀ ਤੱਕ ਕਰ ਲੈਣੀ ਚਾਹੀਦੀ ਹੈ। ਡੰਡੀ ਪਿਛੇਤੀ ਬਿਜਾਈ ਕਰਨ ਨਾਲ ਝਾੜ ਉੱਤੇ ਮਾੜਾ ਅਸਰ ਪੈਂਦਾ ਹੈ। ਡੰਡੀ ਜ਼ਿਆਦਾ ਅਗੇਤੀ ਬਿਜਾਈ ਨਾਲ ਫਸਲ ਦੇ ਪੁੰਗਾਰ ਦਾ ਸਮਾਂ ਵੱਧ ਜਾਂਦਾ ਹੈ ਅਤੇ ਪੁੰਗਾਰ ਘਟ ਸਕਦਾ ਹੈ। ਡੰਡੀ ਮੱਕੀ ਦੀ ਬਿਜਾਈ ਪੂਰਬ ਪੱਛਮ ਵੱਲ 60 ਸੈਂਟੀਮੀਟਰ ਦੀ ਵਿੱਥ 'ਤੇ ਵੱਟਾਂ ਬਣਾ ਕੇ ਉਹਨਾਂ ਦੇ ਦੱਖਣ ਵਾਲੇ ਪਾਸੇ 6 ਤੋਂ 7 ਸੈਂਟੀਮੀਟਰ ਦੀ ਉਚਾਈ 'ਤੇ ਚੌਕੇ ਲਾ ਕੇ ਕਰੋ ਤਾਂ ਜੋ ਸੂਰਜ ਦੀ ਊਰਜਾ ਵੱਧ ਪ੍ਰਾਪਤ ਹੋ ਸਕੇ। ਡੰਡੀ ਇਸੇ ਤਰ੍ਹਾਂ ਮੱਕੀ ਦੀ ਬਿਜਾਈ 67.5 ਸੈਂਟੀਮੀਟਰ ਚੌੜੇ ਬੈੱਡ ਬਣਾ ਕੇ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 18 ਸੈਂਟੀਮੀਟਰ ਰੱਖ ਕੇ ਵੀ ਕੀਤੀ ਜਾ ਸਕਦੀ ਹੈ। ਡੰਡੀ ਬੈੱਡ ਬਣਾਉਣ ਲਈ ਕਣਕ ਵਾਲੇ ਬੈੱਡ ਪਲਾਂਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਡੰਡੀ ਬੈੱਡਾਂ 'ਤੇ ਬਿਜਾਈ ਕਰਨ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ। ਡੰਡੀ ਖਾਦਾਂ ਦੀ ਵਰਤੋਂ ਮੱਕੀ ਦੀ ਫਸਲ ਖੁਰਾਕੀ ਤੱਤਾਂ ਨੂੰ ਬਹੁਤ ਮੰਨਦੀ ਹੈ ਪਰ ਫਸਲ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ 'ਤੇ ਫਸਲ ਚੱਕਰ ਦੇ ਮੱਦੇਨਜ਼ਰ ਕਰੋ। ਡੰਡੀ ਮੱਕੀ ਦੀ ਫਸਲ ਵਿੱਚ ਰੂੜੀ ਦੀ ਗਲੀ ਹੋਈ ਖਾਦ 6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਡੰਡੀ ਮੱਕੀ ਦੀਆਂ ਲੰਬੇ ਸਮੇਂ ਵਾਲੀਆਂ ਕਿਸਮਾਂ ਜਿਵੇਂ PMH 10 P 1844 DKC 9108 PMH 1 ਅਤੇ PMH 8 ਲਈ 110 ਕਿਲੋ ਯੂਰੀਆ 150 ਕਿਲੋ ਸੁਪਰ ਫਾਸਫੇਟ ਜਾਂ 55 ਕਿਲੋ DAP ਖਾਦ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਡੰਡੀ ਘੱਟ ਸਮਾਂ ਲੈਣ ਵਾਲੀਆਂ ਕਿਸਮ PMH 7 ਲਈ ਇਹਨਾਂ ਖਾਦਾਂ ਦੀ ਵਰਤੋਂ ਕ੍ਰਮਵਾਰ ਪ੍ਰਤੀ ਏਕੜ 75 ਜਾਂ 27 ਅਤੇ 15 ਕਿਲੋ ਦੇ ਹਿਸਾਬ ਨਾਲ ਕਰੋ। ਡੰਡੀ ਲੋੜ ਪੈਣ 'ਤੇ ਜ਼ਿੰਕ ਦੀ ਘਾਟ ਨੂੰ
ਪੂਰਾ ਕਰਨ ਲਈ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾ ਸਕਦਾ ਹੈ। ਡੰਡੀ ਜੇ DAP 55 ਕਿਲੋ ਅਤੇ 27 ਕਿਲੋ ਪਾਈ ਹੋਵੇ ਤਾਂ ਯੂਰੀਆ 20 ਕਿਲੋ ਅਤੇ 10 ਕਿਲੋ ਕ੍ਰਮਵਾਰ ਘਟਾ ਦਿਓ। ਇਹਨਾਂ ਖਾਦਾਂ ਦਾ ਪੂਰਾ ਫਾਇਦਾ ਲੈਣ ਲਈ ਸਾਰੀ ਫਾਸਫੋਰਸ, ਪੋਟਾਸ਼ ਅਤੇ ਤੀਜਾ ਹਿੱਸਾ ਨਾਈਟ੍ਰੋਜਨ ਵਾਲੀ ਖਾਦ ਬਿਜਾਈ ਸਮੇਂ ਪਾਓ। ਡੰਡੀ ਬਾਕੀ ਰਹਿੰਦੀ ਨਾਈਟ੍ਰੋਜਨ ਵਾਲੀ ਖਾਦ 2 ਹਿੱਸਿਆਂ ਵਿੱਚ ਪਾਓ। ਡੰਡੀ ਇੱਕ ਹਿੱਸਾ ਉਸ ਵੇਲੇ ਪਾਓ ਜਦੋਂ ਫਸਲ ਗੋਡੇ ਗੋਡੇ ਹੋ ਜਾਵੇ ਅਤੇ ਦੂਜਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦਿਓ। ਡੰਡੀ ਭਾਰਤੀ ਸੰਵਿਧਾਨ ਦੁਆਰਾ ਰਾਜ ਵਿੱਚ ਸੰਸਦੀ ਸਰਕਾਰ ਦੀ ਸਥਾਪਨਾ ਕੀਤੀ ਗਈ, ਜਿਸ ਦੁਆਰਾ ਰਾਜਪਾਲ ਰਾਜ ਦਾ ਸੰਵਿਧਾਨਕ ਮੁਖੀਆ ਹੋਣਾ ਚਾਹੀਦਾ ਹੈ। ਡੰਡੀ ਪਰ ਸੰਵਿਧਾਨ ਦੀ ਸ਼ਬਦਾਵਲੀ ਸਪਸ਼ਟ ਨਹੀਂ ਹੈ। ਡੰਡੀ ਇਸ ਲਈ ਕਈ ਵਾਰ ਰਾਜਪਾਲ ਦੀ ਸਥਿਤੀ ਬਾਰੇ ਵਾਦ ਵਿਵਾਦ ਹੁੰਦਾ ਹੈ। ਡੰਡੀ ਇਸ ਨੂੰ ਵਿਧਾਨਕ, ਮਾਇਕ, ਕਾਰਗੁਜ਼ਾਰੀ, ਨਿਆਇਕ ਆਦਿ ਖੇਤਰਾਂ ਵਿੱਚ ਕਾਫੀ ਸ਼ਕਤੀਆਂ ਮਿਲਦੀਆਂ ਹਨ। ਡੰਡੀ 1950 ਵਿੱਚ ਕਲਕੱਤਾ ਦੀ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਲਿਖਿਆ ਸੀ ਕਿ ਸਾਡੇ ਦੇਸ਼ ਵਿੱਚ ਕਿਸੇ ਰਾਜ ਦਾ ਰਾਜਪਾਲ ਵਾਸਤਵਿਕ ਤੌਰ 'ਤੇ ਰਾਜ ਦਾ ਕੁਝ ਕੰਮ ਆਪਣੀ ਵਿਅਕਤੀਗਤ ਸਮਰੱਥਾ ਦੇ ਅਨੁਸਾਰ ਅਤੇ ਕੁਝ ਮੰਤਰੀ ਮੰਡਲ ਦੀ ਸਲਾਹ ਨਾਲ ਕਰਦਾ ਹੈ। ਡੰਡੀ ਪਰ ਭਾਰਤ ਸਰਕਾਰ ਦੇ ਅਧਿਨਿਯਮ 1939 ਵਿੱਚ ਇਹ ਗੱਲ ਨਹੀਂ ਹੈ। ਡੰਡੀ ਸੰਵਿਧਾਨ ਦੀ ਧਾਰਾ 163(1) ਵਿੱਚ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਹਾਲਾਤਾਂ ਵਿੱਚ ਇਸ ਸੰਵਿਧਾਨ ਦੁਆਰਾ ਜਾਂ ਇਸ ਅਧੀਨ ਰਾਜਪਾਲ ਦੀ ਇਹ ਵਿਆਖਿਆ ਕੀਤੀ ਹੈ ਕਿ ਉਹ ਆਪਣੇ ਕੰਮਾਂ ਅਤੇ ਉਹਨਾਂ ਵਿੱਚੋਂ ਕਿਸੇ ਕੰਮ ਨੂੰ ਆਪਣੀ ਮਨ ਮਰਜ਼ੀ ਨਾਲ ਕਰੇ, ਉਹਨਾਂ ਗੱਲਾਂ ਨੂੰ ਆਪਣੀ ਮਰਜ਼ੀ ਨਾਲ ਕਰੋ। ਉਹਨਾਂ ਗੱਲਾਂ ਨੂੰ ਛੱਡ ਕੇ ਰਾਜਪਾਲ ਨੂੰ ਆਪਣੇ ਕੰਮਾਂ ਦੀ ਪਾਲਣਾ ਕਰਨ ਲਈ ਸਲਾਹ ਮਸ਼ਵਰਾ ਦੇਣ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ। ਡੰਡੀ ਸੰਵਿਧਾਨ ਨੇ ਕੇਵਲ ਅਸਾਮ ਦੇ ਰਾਜਪਾਲ ਨੂੰ ਕੁਝ ਜਨਜਾਤੀ ਦੇ ਖੇਤਰਾਂ ਦੇ ਪ੍ਰਸ਼ਾਸਨ ਦੇ ਸੰਬੰਧ ਵਿੱਚ ਆਪਣੀ ਮਰਜ਼ੀ ਨਾਲ ਕੰਮ ਕਰਨ ਦਾ ਪ੍ਰਬੰਧ ਕੀਤਾ ਹੈ। ਡੰਡੀ ਆਮ ਕਰਕੇ ਉਹ ਮੰਤਰੀ ਪਰਿਸ਼ਦ ਦੀ ਸਲਾਹ ਵਿਰੁੱਧ ਕੋਈ ਕੰਮ ਕਰ ਸਕਦਾ ਹੈ। ਡੰਡੀ ਪਰ ਜੇ ਅਸੀਂ ਗਵਰਨਰ ਦੁਆਰਾ 1967 ਤੋਂ ਬਾਅਦ ਵਿੱਚ ਕੀਤੀਆਂ ਕਾਰਵਾਈਆਂ ਨੂੰ ਵੇਖੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਸੰਵਿਧਾਨਕ ਮੁਖੀ ਹੀ ਨਹੀਂ ਸਗੋਂ ਰਾਜ ਪ੍ਰਬੰਧ ਦਾ ਮੁੱਖ ਅਧਿਕਾਰੀ ਹੈ ਅਤੇ 2 ਪ੍ਰਕਾਰ ਦੇ ਕਾਰਜ ਕਰਦਾ ਹੈ। ਡੰਡੀ ਉਹ ਬਹੁਤ ਸਾਰੇ ਕੰਮ ਆਪਣੀ ਮਰਜ਼ੀ ਨਾਲ ਕਰ ਸਕਦਾ ਹੈ। ਡੰਡੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਆਪਣੀ ਅੰਤਰ ਆਤਮਾ ਅਨੁਸਾਰ ਕੰਮ ਕਰਨਾ ਅਤੇ ਠੀਕ ਅਤੇ ਗਲਤ ਦਾ ਫੈਸਲਾ ਕਰਨਾ। ਡੰਡੀ ਮੁੱਖ ਮੰਤਰੀ ਦੀ ਨਿਯੁਕਤੀ ਸਮੇਂ, ਵਿਧਾਨ ਸਭਾ ਨੂੰ ਤੋੜਨ ਸਮੇਂ
ਬਿੱਲ 'ਤੇ ਆਪਣੀ ਮਨਜ਼ੂਰੀ ਦਿੰਦੇ ਸਮੇਂ ਜਾਂ ਉਹਨਾਂ ਨੂੰ ਰਾਸ਼ਟਰਪਤੀ ਨੂੰ ਭੇਜਣ ਸਮੇਂ ਮੁੱਖ ਮੰਤਰੀ ਤੋਂ ਰਾਜ ਪ੍ਰਬੰਧ ਸੰਬੰਧੀ ਜਾਣਕਾਰੀ ਲੈਂਦੇ ਸਮੇਂ ਤੇ ਸੰਕਟ ਕਾਲ ਬਾਰੇ ਰਾਸ਼ਟਰਪਤੀ ਨੂੰ ਸੂਚਨਾ ਦਿੰਦੇ ਸਮੇਂ ਰਾਜਪਾਲ ਨੂੰ ਮੰਤਰੀ ਮੰਡਲ ਦੀ ਸਲਾਹ ਦੀ ਜ਼ਰੂਰਤ ਨਹੀਂ, ਬਲਕਿ ਉਹ ਆਪਣੀ ਮਰਜ਼ੀ ਤੋਂ ਕੰਮ ਲੈਂਦੇ ਹਨ। ਡੰਡੀ 1967 ਦੀ ਚੋਣ ਮਗਰੋਂ ਕਈ ਰਾਜਾਂ ਵਿੱਚ ਗੈਰ ਕਾਂਗਰਸੀ ਮੰਤਰੀ ਮੰਡਲ ਬਣੇ ਤੇ ਸੰਘ ਰਾਜਾਂ ਵਿੱਚ ਤਕੜਾ ਸੰਘਰਸ਼ ਪੈਦਾ ਹੋਇਆ। ਡੰਡੀ ਇਉਂ ਰਾਜਪਾਲ ਨੂੰ ਆਪਣੀ ਮਰਜ਼ੀ ਨਾਲ ਕੰਮ ਲੈਣ ਲਈ ਬਹੁਤ ਮੌਕੇ ਮਿਲੇ। ਡੰਡੀ ਕੇਂਦਰ ਸਰਕਾਰ ਨੇ ਇਸ ਸਮੇਂ ਰਾਜਪਾਲ ਨੂੰ ਆਪਣੀ ਸ਼ਕਤੀ ਦੀ ਵਰਤੋਂ ਕਰਨ ਲਈ ਨਿਸ਼ਚਿਤ ਹੁਕਮ ਵੀ ਦਿੱਤੇ ਤੇ ਇਸ ਦੀ ਸਥਿਤੀ ਵੱਡੀ ਚਿੰਤਾਜਨਕ ਬਣੀ, ਕਿਉਂਕਿ ਮਰਜ਼ੀ ਨਾਲ ਸ਼ਕਤੀ ਦੀ ਵਰਤੋਂ ਕਰਨ ਸਮੇਂ ਕਾਫੀ ਹੁਸ਼ਿਆਰੀ ਤੋਂ ਕੰਮ ਲੈਣਾ ਪੈਂਦਾ ਹੈ। ਡੰਡੀ ਪਰ ਸੰਵਿਧਾਨ ਅਨੁਸਾਰ ਰਾਜ ਸਰਕਾਰ ਦੁਆਰਾ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਕਰਨ ਸਮੇਂ ਇਹ ਖਿਆਲ ਰੱਖਣਾ ਹੁੰਦਾ ਹੈ ਕਿ ਕੇਂਦਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਤੇ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਕਾਨੂੰਨਾਂ ਦੀ ਸਹੀ ਸੇਧ ਮਿਲੇ। ਡੰਡੀ ਕੇਂਦਰ ਸਰਕਾਰ ਨੂੰ ਕਈ ਤਰ੍ਹਾਂ ਦੇ ਕੰਮ ਵੀ ਦੇ ਸਕਦੀ ਹੈ ਜਿਸ ਦੀ ਪਾਲਣਾ ਜ਼ਰੂਰੀ ਹੁੰਦੀ ਹੈ। ਡੰਡੀ ਇਹਨਾਂ ਧਾਰਾਵਾਂ ਦੀ ਪਾਲਣਾ ਲਈ ਗਵਰਨਰ ਲਈ ਮੰਤਰੀ ਪਰਿਸ਼ਦ ਦੀ ਸਲਾਹ ਮੰਨਣੀ ਜ਼ਰੂਰੀ ਨਹੀਂ ਹੁੰਦੀ। ਡੰਡੀ ਸਟਾਰਟ ਸਾਲਾਂ ਦੌਰਾਨ ਕੀਮਤਾਂ ਡਿੱਗਦੀਆਂ ਰਹਿਣ ਕਾਰਨ ਪਸ਼ੂ ਸੂਰ ਤੇ ਮੁਰਗੀਆਂ ਪਾਲਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦਾ ਮਾਲੀ ਤੌਰ 'ਤੇ ਲੱਕ ਟੁੱਟ ਗਿਆ ਅਤੇ ਉਹਨਾਂ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ। ਡੰਡੀ ਜਦੋਂ ਪੇਂਡੂ ਭਾਈਚਾਰਿਆਂ ਦਾ ਸਫਾਇਆ ਹੋਇਆ ਤਾਂ ਖੇਤ ਤੋਂ ਥਾਲੀ ਤੱਕ ਦੇ ਤਜਰਬੇ ਦਾ ਸਿੱਟਾ ਮਹਿਜ ਫੈਕਟਰੀ ਫਾਰਮਿੰਗ ਦੇ ਹੋਰ ਵਿਸਤਾਰ ਵਜੋਂ ਹੀ ਨਿਕਲਿਆ। ਡੰਡੀ ਅਮਰੀਕੀ ਖੇਤੀ ਦੀ ਗਿਰਾਵਟ ਖੇਤੀ ਵਿੱਚ ਮੁਕਤ ਬਾਜ਼ਾਰ ਵੱਲੋਂ ਮਚਾਈ ਗਈ ਤਬਾਹੀ ਦਾ ਪ੍ਰਤੱਖ ਸਬੂਤ ਹੈ ਅਤੇ ਇਸ ਤੋਂ ਵੀ ਬਦਤਰ ਤਾਂ ਕਿਸਾਨਾਂ ਲਈ ਵਾਜਬ ਮੁੱਲ ਯਕੀਨੀ ਬਣਾਉਣ ਵਿੱਚ ਸਪਲਾਈ ਅਤੇ ਮੰਗ ਦੇ ਸੰਤੁਲਨ ਦੀ ਨਾਕਾਮੀ ਦਾ ਖੰਡਨ ਹੈ। ਡੰਡੀ ਇਹ ਪਹਿਲਾਂ ਵੀ ਖੇਤੀ ਜਿਨਸਾਂ ਅਤੇ ਡੇਅਰੀ ਸਨਅਤ ਨਾਲ ਵਾਪਰ ਚੁੱਕਾ ਹੈ ਅਤੇ ਹੁਣ ਪਸ਼ੂ ਪਾਲਣ ਸਨਅਤ ਨਾਲ ਹੋ ਰਿਹਾ ਹੈ। ਡੰਡੀ ਪੂੰਜੀ ਇਕੱਤਰਤਾ ਦੀ ਸਮੱਸਿਆ ਪੂਰੀ ਸਪਲਾਈ ਲੜੀ ਵਿੱਚ ਹੋ ਰਹੀ ਖੇਤੀ ਨਿਵੇਸ਼ ਤੋਂ ਲੈ ਕੇ ਪ੍ਰਚੂਨ ਬਾਜ਼ਾਰ ਤੱਕ। ਡੰਡੀ ਦਰਅਸਲ ਏਕੀਕਰਨ ਦਾ ਸਿੱਟਾ ਇਜਾਰੇਦਾਰੀ ਅਤੇ ਤਾਕਤ ਦੇ ਇੱਕ ਥਾਂ ਇਕੱਠੇ ਹੋਣ ਵਜੋਂ ਨਿਕਲਦਾ ਹੈ ਅਤੇ ਇਹਨਾਂ ਕਾਰੋਬਾਰੀ ਸਮੂਹਾਂ ਵੱਲੋਂ ਪੈਦਾ ਕੀਤੀ ਜਾਂਦੇ ਉਤਪਾਦਕ ਸੰਘ ਅਖੀਰ ਨਾ ਸਿਰਫ ਉਤਪਾਦਕਾਂ ਸਗੋਂ ਖਪਤਕਾਰਾਂ ਦੇ ਵੀ ਬੇਰਹਿਮ ਸ਼ੋਸ਼ਣ ਦਾ ਕਾਰਨ ਬਣਦੇ ਹਨ। ਡੰਡੀ ਬਹੁਕੌਮੀ ਕਾਰਪੋਰੇਸ਼ਨਾਂ ਵੱਲੋਂ ਇੰਜ ਆਪਣੀ ਸਥਿਤੀ ਦਾ ਲਾਹਾ ਲਏ ਜਾਣ ਦਾ ਸਾਹਮਣਾ ਕਰਦਿਆਂ ਅਮਰੀਕੀ ਕਿਸਾਨ ਯੂਨੀਅਨ ਭਾਵ ਅਮਰੀਕੀ ਨੈਸ਼ਨਲ ਫਾਰਮਰਜ਼ ਯੂਨੀਅਨ
ਵੱਲੋਂ ਕਿਸਾਨਾਂ ਨਾਲ ਇਨਸਾਫ ਨਾ ਦੀ ਦੇਸ਼ ਵਿਆਪੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕਾਰਪੋਰੇਟ ਇਜਾਰੇਦਾਰੀਆਂ ਨੂੰ ਤੋੜਿਆ ਜਾ ਸਕੇ ਅਤੇ ਐਂਟੀ ਟਰਸਟ ਕਾਨੂੰਨਾਂ ਉੱਤੇ ਸਖਤੀ ਨਾਲ ਅਮਲ ਯਕੀਨੀ ਬਣਾਇਆ ਜਾ ਸਕੇ। ਡੰਡੀ ਭਰਾ ਅਮਰੀਕੀ ਹਕੂਮਤ ਨੇ ਇਸ ਦਾ ਜਵਾਬ ਦਿੱਤਾ ਹੈ। ਡੰਡੀ ਰਾਸ਼ਟਰਪਤੀ ਬਾਈਡਨ ਨੇ ਅਜਿਹੇ ਕੁਝ ਵੱਡੇ ਕਾਰੋਬਾਰੀਆਂ ਦਾ ਸਿਕੰਜਾ ਕੱਸਣ 'ਤੇ ਜ਼ੋਰ ਦਿੱਤਾ ਹੈ ਜਿਹੜੇ ਅਰਥਚਾਰੇ ਵਿੱਚ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ ਜਿਨ੍ਹਾਂ ਕਾਰਨ ਕੀਮਤਾਂ ਉੱਚੀਆਂ ਬਣੀਆਂ ਹੋਈਆਂ ਹਨ। ਡੰਡੀ ਹਾਲਾਤ ਨੂੰ ਸੰਭਾਲਣ ਵੱਲ ਸ਼ੁਰੂਆਤ ਕਰਦਿਆਂ ਹਕੂਮਤ ਨੇ ਛੋਟੀਆਂ ਮੀਟ ਪ੍ਰੋਸੈਸਿੰਗ ਇਕਾਈਆਂ ਵਿੱਚ ਨਿਵੇਸ਼ ਲਈ $1 ਅਰਬ ਜਾਰੀ ਕੀਤੇ ਹਨ ਤਾਂ ਜੋ ਪਸ਼ੂ ਪਾਲਕਾਂ ਨੂੰ ਵੱਡੇ ਕਾਰਪੋਰੇਟਾਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਇਆ ਜਾ ਸਕੇ। ਡੰਡੀ ਇਹ ਭਾਵੇਂ ਢੁਕਵਾਂ ਹੱਲ ਨਹੀਂ ਹੈ ਪਰ ਕਾਰਪੋਰੇਟ ਇਜਾਰੇਦਾਰੀਆਂ ਵੱਲੋਂ ਸਪਲਾਈ ਲੜੀ ਦੇ ਦੋਵੇਂ ਸਿਰਿਆਂ ਇੱਕ ਪਾਸੇ ਉਤਪਾਦਕ ਤੇ ਦੂਜੇ ਪਾਸੇ ਖਪਤਕਾਰ ਉੱਤੇ ਮਚਾਈ ਜਾ ਰਹੀ ਤਬਾਹੀ ਨੂੰ ਤਸਲੀਮ ਕਰਨ ਵਾਲੀ ਗੱਲ ਤਾਂ ਹੈ ਹੀ। ਡੰਡੀ ਇਸ ਨਾਲੋਂ ਬਿਹਤਰ ਤਰੀਕਾ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਉਹਨਾਂ ਦੀ ਉਪਜ ਦਾ ਗਰੰਟੀਸ਼ੁਦਾ ਮੁੱਲ ਮੁਹੱਈਆ ਕਰਵਾਉਣਾ ਹੋ ਸਕਦਾ ਸੀ। ਡੰਡੀ ਆਮਦਨ ਵਿੱਚ ਇਕਸਾਰਤਾ ਦੀ ਅਮਰੀਕੀ ਕਿਸਾਨਾਂ ਦੀ ਮੰਗ ਬੜੀ ਪੁਰਾਣੀ ਹੈ। ਡੰਡੀ 1979 ਵਿੱਚ ਕਿਸਾਨਾਂ ਨੇ ਮੁਲਕ ਦੀ ਰਾਜਧਾਨੀ ਵਾਸ਼ਿੰਗਟਨ DC ਅਤੇ ਟਰੈਕਟਰ ਮਾਰਚ ਵੀ ਇਹੀ ਮੰਗ ਮਨਵਾਉਣ ਲਈ ਕੀਤਾ ਸੀ। ਡੰਡੀ ਭਾਰਤੀ ਕਿਸਾਨ ਵੀ ਘੱਟੋ ਘੱਟ ਸਮਰਥਨ ਮੁੱਲ MSP ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਦੇ ਰੂਪ ਵਿੱਚ ਜਿਨਸਾਂ ਦੀ ਗਰੰਟੀਸ਼ੁਦਾ ਮੁੱਲ ਦੀ ਹੀ ਮੰਗ ਕਰ ਰਹੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਤੋਂ ਘੱਟ ਮੁੱਲ ਉੱਤੇ ਜਿਨਸਾਂ ਦੀ ਖਰੀਦ ਦੀ ਹਰਗਿਜ਼ ਇਜਾਜ਼ਤ ਨਹੀਂ ਹੋਵੇਗੀ। ਡੰਡੀ ਇਸੇ ਤਰ੍ਹਾਂ ਯੂਰਪ ਵਿੱਚ ਵੀ ਅਜਿਹੇ ਹੀ ਹਾਲਾਤ ਹਨ ਜਿੱਥੇ ਕਿਸਾਨਾਂ ਨੂੰ ਸਮੇਂ-ਸਮੇਂ 'ਤੇ ਗਰੰਟੀਸ਼ੁਦਾ ਵਾਜਬ ਕੀਮਤਾਂ ਦੀ ਮੰਗ ਨੂੰ ਲੈ ਕੇ ਅੰਦੋਲਨ ਚਲਾਉਣੇ ਪੈ ਰਹੇ ਹਨ ਤਾਂ ਕਿ ਉਹ ਲਗਾਤਾਰ ਜਾਰੀ ਸੰਕਟ ਤੋਂ ਬਾਹਰ ਨਿਕਲ ਸਕਣ। ਡੰਡੀ ਭਰਾ ਬੀਤੇ ਕਈ ਦਹਾਕਿਆਂ ਤੋਂ ਖੇਤੀ ਆਮਦਨ ਵਿੱਚ ਆ ਰਹੀ ਗਿਰਾਵਟ ਹੀ ਆਲਮੀ ਖੇਤੀ ਸੰਕਟ ਲਈ ਜ਼ਿੰਮੇਵਾਰ ਮੁੱਖ ਕਾਰਨ ਹਨ। ਡੰਡੀ ਮਿਸਾਲ ਵਜੋਂ 2005 ਵਿੱਚ ਕੈਨੇਡਾ ਦੀ ਨੈਸ਼ਨਲ ਫਾਰਮਰਜ਼ ਯੂਨੀਅਨ NFU ਨੇ ਇੱਕ ਵੇਰਵੇ ਸਹਿਤ ਰਿਪੋਰਟ ਖੇਤੀ ਸੰਕਟ ਇਸ ਦੇ ਕਾਰਨ ਤੇ ਹੱਲ ਪੇਸ਼ ਕੀਤੀ ਸੀ ਜਿਸ ਵਿੱਚ ਸੰਸਾਰ ਨੂੰ ਬੀਤੇ 20 ਸਾਲਾਂ ਤੋਂ ਦਰਪੇਸ਼ ਭਿਆਨਕ ਖੇਤੀ ਸੰਕਟ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਦੱਸਿਆ ਗਿਆ ਸੀ। ਡੰਡੀ ਸਾਲ 1985 ਤੋਂ 2005 ਦਰਮਿਆਨ ਖੇਤੀ ਆਮਦਨ ਮੰਨਫੀ ਘੇਰੇ ਵਿੱਚ ਰਹੀ। ਡੰਡੀ ਬਿਲਕੁਲ ਇਹੋ ਕੁਝ UNCTAD ਭਾਵ ਸੰਯੁਕਤ ਰਾਸ਼ਟਰ ਵਪਾਰ ਤੇ ਵਿਕਾਸ ਕਾਨਫਰੰਸ ਨੇ ਆਪਣੇ ਇੱਕ ਬਿਆਨ ਵਿੱਚ ਸਾਹਮਣੇ ਲਿਆਉਂਦਿਆਂ ਮੰਨਿਆ ਕਿ ਨੋਟ ਪਸਾਰੇ ਦੇ ਹਿਸਾਬ ਨਾਲ ਦੇਖੇ ਜਾਣ ਤੇ ਖੇਤੀ ਜਿਨਸਾਂ ਦੀਆਂ ਕੀਮਤਾਂ ਬੀਤੇ 20 ਸਾਲਾਂ ਦੇ ਸਮੇਂ ਦੌਰਾਨ ਸੰਸਾਰ ਭਰ ਵਿੱਚ ਸਥਿਰ ਰਹੀਆਂ। ਡੰਡੀ ਕੈਨੇਡੀਅਨ
NFU ਨੇ ਸਵੀਕਾਰ ਕੀਤਾ ਕਿ ਖੇਤੀ ਸੰਕਟ ਦੀ ਨਾ ਸਿਰਫ ਯੂਰਪ ਦੇ ਬਹੁਤ ਹੀ ਨੇਮਬੰਦੀ ਵਾਲੇ ਖੇਤੀ ਅਰਥਚਾਰਿਆਂ ਵਿੱਚ ਭਾਰੀ ਮਾਰ ਪਈ ਹੈ, ਸਗੋਂ ਇਸ ਨੇ ਇਸ ਪੱਖੋਂ ਮੁਕਾਬਲਤਨ ਗੈਰ ਨੇਮਬੰਦੀ ਆਸਟ੍ਰੇਲੀਆ ਤੇ ਅਰਜਨਟੀਨਾ ਵਿੱਚ ਵੀ ਇਸੇ ਸ਼ਿੱਦਤ ਨਾਲ ਨੁਕਸਾਨ ਪਹੁੰਚਾਇਆ ਹੈ। ਡੰਡੀ ਸੰਸਥਾ ਨੇ ਅਫਸੋਸ ਜ਼ਾਹਰ ਕੀਤਾ ਕਿ ਕਿਸਾਨ ਜਿਹੜੀਆਂ ਕੀਮਤਾਂ 2005 ਵਿੱਚ ਹਾਸਲ ਕਰ ਰਹੇ ਸਨ, ਉਹ 1930ਵਿਆਂ ਦੇ ਮਹਾਨ ਮੰਦਵਾੜੇ ਤੋਂ ਵੀ ਕਿਤੇ ਘੱਟ ਸਨ। ਡੰਡੀ ਅਜਿਹਾ ਵੀ ਉਸ ਦੌਰ ਦੌਰਾਨ ਵਾਪਰ ਰਿਹਾ ਸੀ ਜਦੋਂ ਸੰਸਾਰ ਵੱਡੇ ਪੱਧਰ 'ਤੇ ਆਰਥਿਕ ਵਿਕਾਸ ਦਰਜ ਕਰ ਰਿਹਾ ਸੀ, ਜਦੋਂ ਸ਼ੇਅਰਾਂ ਦੀਆਂ ਕੀਮਤਾਂ ਉਛਾਲ 'ਤੇ ਸਨ, ਵਪਾਰ ਵੱਧ ਰਿਹਾ ਸੀ ਤੇ ਅਨਾਜ ਦੀ ਰਿਕਾਰਡ ਪੈਦਾਵਾਰ ਹੋ ਰਹੀ ਸੀ। ਡੰਡੀ ਕੈਨੇਡੀਅਨ NFU ਨੇ ਮਸਲੇ ਦੇ ਹੱਲ ਲਈ ਜਿਹੜਾ 16 ਨੁਕਾਤੀ ਪੈਕੇਜ ਸੁਲਝਾਇਆ, ਉਸ ਵਿੱਚ ਕਿਸਾਨਾਂ ਦੀ ਗਰੰਟੀਸ਼ੁਦਾ ਆਮਦਨ ਪ੍ਰਮੁੱਖ ਸੁਝਾਅ ਸੀ। ਡੰਡੀ ਕੈਨੇਡੀਅਨ NFU ਨੇ ਫਿਰ ਸਰਕਾਰ ਨੂੰ ਆਖਿਆ ਕਿ ਉਹ ਇੱਕ ਕਿਸਾਨ ਆਮਦਨ ਸਮਰਥਨ ਪ੍ਰੋਗਰਾਮ ਲਾਗੂ ਕਰੇ, ਜਿਸ ਨਾਲ ਘੱਟੋ ਘੱਟ 95% ਕਿਸਾਨਾਂ ਨੂੰ ਆਪਣੀ ਪੈਦਾਵਾਰੀ ਲਾਗਤ ਦੀ ਵਸੂਲੀ ਦੀ ਗਰੰਟੀ ਹੋਵੇਗੀ, ਜਿਸ ਵਿੱਚ ਉਹਨਾਂ ਦੀ ਕਿਰਤ ਪ੍ਰਬੰਧਨ ਤੇ ਨਿਵੇਸ਼ ਦੀ ਵਾਜਬ ਵਸੂਲੀ ਸ਼ਾਮਲ ਹੈ। ਡੰਡੀ ਅਮਰੀਕਾ ਵਾਂਗ ਕੈਨੇਡੀਅਨ ਹਕੂਮਤ ਨੇ ਵੀ ਗਰੰਟੀਸ਼ੁਦਾ ਕੀਮਤਾਂ ਦੀ ਕਿਸਾਨਾਂ ਦੇ ਹੱਕੀ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਡੰਡੀ ਅਜਿਹਾ ਲਾਜ਼ਮੀ ਤੌਰ 'ਤੇ ਇਸ ਕਾਰਨ ਹੈ ਕਿ ਸੰਸਾਰ ਭਰ ਵਿਚਲੀ ਭਾਰੂ ਆਰਥਿਕ ਸੋਚ ਕਿਸਾਨਾਂ ਨੂੰ ਗੁਜ਼ਾਰੇ ਜੋਗੀ ਆਮਦਨ ਯਕੀਨੀ ਬਣਾਉਣ ਦੀ ਅਣਸਰਦੀ ਲੋੜ ਨੂੰ ਤਸਲੀਮ ਕਰਨ ਵਿੱਚ ਨਾਕਾਮ ਰਹੀ ਹੈ। ਡੰਡੀ ਸਿੱਟੇ ਵਜੋਂ ਦੁਨੀਆ ਭਰ ਦੇ ਕਿਸਾਨ ਮਾਲੀ ਘਾਟਾ ਖਾ ਕੇ ਅੰਨ ਪੈਦਾ ਕਰਨ ਦਾ ਬੋਝ ਢੋਣ ਲਈ ਮਜਬੂਰ ਹਨ। ਡੰਡੀ ਸਿੱਖ ਪੰਥ ਦੇ ਮਹਾਨ ਵਿਦਵਾਨ, ਬੇਧੜਕ ਬੁਲਾਰੇ ਕਲਮ ਦੇ ਧਨੀ, ਢਾਡੀ ਹੁਨਰ ਦੇ ਬੇਤਾਜ ਬਾਦਸ਼ਾਹ, ਢਾਡੀ ਸ਼ਾਇਰੀ ਦੇ ਬਾਬਾ ਬੋੜ, ਗਿਆਨੀ ਦਇਆ ਸਿੰਘ ਦਿਲਬਰ, ਜਿਸ ਲਹਿਜੇ ਨਾਲ ਸੁਘੜ ਖਿਆਲਾਂ ਤੇ ਧਾਰਮਿਕ ਜਜ਼ਬਿਆਂ ਨੂੰ ਹੱਥਾਂ ਦੀਆਂ ਸੈਨਤਾਂ ਨਾਲ 94 ਸ਼ਬਦਾਂ ਦੀ ਅਦੁੱਤੀ ਰਵਾਨੀ ਨਾਲ ਆਪਣੇ ਬੁੱਲ੍ਹਾਂ 'ਚੋਂ ਫੁੱਲ ਝੜੀ ਵਾਂਗ ਪੇਸ਼ ਕਰਦੇ ਤਾਂ ਸੁਣਨ ਵਾਲੇ ਹੈਰਾਨ ਹੋ ਜਾਂਦੇ। ਡੰਡੀ ਸੱਚਮੁੱਚ ਉਹਨਾਂ ਦੇ ਲੈਕਚਰ ਦੀ ਕੀਮਤ ਕੇਵਲ ਉਹੀ ਪਾ ਸਕਦੇ ਹਨ ਜਿਨ੍ਹਾਂ ਉਹਨਾਂ ਨੂੰ ਸਾਹਮਣੇ ਬੈਠ ਕੇ ਸੁਣਿਆ। ਡੰਡੀ ਢਾਡੀਆਂ ਦਾ ਮੱਕਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿੱਚ ਉਹਨਾਂ ਆਪਣੀ ਪੱਕੀ ਰਿਹਾਇਸ਼ ਰੱਖੀ। ਡੰਡੀ ਪੰਥ ਨਾਲ ਪੂਰਾ ਲਗਾਅ ਹੋਣ ਕਾਰਨ ਪੰਥ ਦੇ ਹਰ ਮੋਰਚੇ ਵਿੱਚ ਉਹਨਾਂ ਜੇਲ੍ਹ ਕੱਟੀ। ਡੰਡੀ ਪੰਜਾਬੀ ਸੂਬਾ ਮੋਰਚਾ ਐਮਰਜੈਂਸੀ 1984 ਦੇ ਜੁਝਾਰੂ ਲਹਿਰ ਵਿੱਚ ਪੌਣੇ 3 ਸਾਲ ਭੜਕਾਊ ਵਾਰਾਂ ਗਾਉਣ ਦੇ ਦੋਸ਼ ਹੇਠ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਰਹੇ। ਡੰਡੀ ਦਿਲਬਰ ਨੂੰ ਜੇ ਸ਼ਬਦਾਂ ਦਾ ਜਾਦੂਗਰ ਵੀ ਕਹਿ ਲਈਏ ਤਾਂ ਇਸ ਵਿੱਚ ਕੋਈ ਅਤ ਕਥਨੀ ਨਹੀਂ ਹੋਵੇਗੀ। ਡੰਡੀ ਦਿਲਬਰ ਜਦੋਂ ਸਟੇਜ 'ਤੇ ਬੋਲਦੇ ਇੱਕੋ ਸਾਹੇ, ਬਿਨਾਂ ਰੁਕਿਆਂ ਬਿਨਾਂ ਉੱਕਿਆਂ, ਨਾਵਾਂ ਥਾਵਾਂ, ਜਨਮ ਤਰੀਕਾਂ, ਨਛੱਤਰ, ਘੜੀਆਂ, ਪਲ, ਪੋਤਰੇ,
ਪੜਪੋਤਰੇ ਤਾਂ ਸਾਹਮਣੇ ਬੈਠਾ ਸੁਣਨ ਵਾਲਾ ਸੋਚਦਾ ਹੈ ਕਿ ਰੱਬ ਨੇ ਇਹਦੇ ਦਿਮਾਗ ਵਿੱਚ ਕਿਹੜਾ ਕੰਪਿਊਟਰ ਫਿੱਟ ਕੀਤਾ ਹੋਇਆ। ਡੰਡੀ। ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਨੇ ਸ਼੍ਰੋਮਣੀ ਢਾਡੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ। ਡੰਡੀ। ਉਹਨਾਂ ਇਤਿਹਾਸਕ ਪ੍ਰਸੰਗਾਂ, ਵਾਰਾਂ, ਧਾਰਮਿਕ ਗੀਤਾਂ ਅਤੇ ਕਵਿਤਾਵਾਂ ਦੀਆਂ 20 ਪੁਸਤਕਾਂ ਲਿਖੀਆਂ। ਡੰਡੀ। ਵਿਦਵਾਨ ਲੇਖਕਾਂ ਦਾ ਕਹਿਣਾ ਹੈ ਕਿ ਦਇਆ ਸਿੰਘ ਦਿਲਬਰ ਦਾ ਦੁਨੀਆ ਵਿੱਚ ਬਦਲ ਲੱਭਣਾ ਬੜਾ ਮੁਸ਼ਕਲ ਹੈ। ਡੰਡੀ। ਇਸ ਮਹਾਨ ਢਾਡੀ ਦਾ ਜਨਮ 9 ਨਵੰਬਰ 1930 ਨੂੰ ਪਿੰਡ ਗਗੜ ਸਹਾਰੀ ਪਾਕਿਸਤਾਨ ਵਿਖੇ ਪਿਤਾ ਸਰਦਾਰ ਈਛਰ ਸਿੰਘ ਅਤੇ ਮਾਤਾ ਗੁਲਾਬ ਕੌਰ ਦੇ ਘਰ ਹੋਇਆ। ਡੰਡੀ। ਵਿਆਹ ਸ਼੍ਰੀਮਤੀ ਸੰਤ ਕੌਰ ਨਾਲ ਫੇਰੂ ਸ਼ਹਿਰ ਪਾਕਿਸਤਾਨ ਵਿੱਚ ਹੋਇਆ। ਡੰਡੀ। ਉਹਨਾਂ ਦੇ 2 ਪੁੱਤਰ 2 ਪੁੱਤਰੀਆਂ ਹਨ। ਡੰਡੀ। ਉਹਨਾਂ ਦਾ ਛੋਟਾ ਪੁੱਤਰ ਢਾਡੀ ਕੁਲਜੀਤ ਸਿੰਘ ਦਿਲਬਰ ਆਪਣੇ ਪਿਤਾ ਦਾ ਖੂਨ ਆਪਣੀਆਂ ਰਗਾਂ ਵਿੱਚ ਲੈ ਕੇ ਢਾਡੀ ਪਰੰਪਰਾ ਨੂੰ ਅੱਗੇ ਤੋਰਨ ਲਈ ਯਤਨਸ਼ੀਲ ਹੈ। ਡੰਡੀ। 26 ਜਨਵਰੀ 2006 ਨੂੰ ਢਾਡੀ ਕਲਾ ਦਾ ਇਹ ਧਰੁ ਤਾਰਾ ਇਸ ਫਾਨੀ ਦੁਨੀਆ ਤੋਂ ਰੁਖਸਤ ਹੋ ਗਿਆ। ਡੰਡੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਉਹਨਾਂ ਦੀ ਤਸਵੀਰ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਕੀਤੀ ਗਈ ਹੈ। ਡੰਡੀ। ਹਰ ਸਾਲ ਦੀ ਤਰ੍ਹਾਂ ਉਹਨਾਂ ਦੀ ਸਾਲਾਨਾ ਬਰਸੀ ਅੰਬਾਲਾ ਜੱਟਾ ਹੁਸ਼ਿਆਰਪੁਰ ਨੇੜੇ ਗੜਦੀਵਾਲ ਵਿਖੇ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਾਮਦਾਸ ਵਾਲਿਆਂ ਦੀ ਅਗਵਾਈ ਹੇਠ ਢਾਡੀ ਦਰਬਾਰ ਦੇ ਰੂਪ ਵਿੱਚ ਸਵੇਰੇ 11 ਵਜੇ ਤੋਂ ਲੈ ਕੇ 10 ਵਜੇ ਤੱਕ ਮਨਾਈ ਜਾ ਰਹੀ ਹੈ। ਡੰਡੀ। ਉੱਚ ਕੋਟੀ ਦੇ ਢਾਡੀ ਵਾਰਾਂ ਰਾਹੀਂ ਮਹਾਨ ਢਾਡੀ ਨੂੰ ਸ਼ਰਧਾਂਜਲੀ ਅਰਪਣ ਕਰਨਗੇ। ਡੰਡੀ। ਚਲੇ ਗਏ ਤੋ ਪੁਕਾਰੇਗੀ ਹਰ सदा हमको ना जाए कितनी जुबानों में हम बयां होंगे। डंडी। स्टार्ट। सवेर ਦੀ ਸੈਰ ਸਿਹਤ ਲਈ ਬਹੁਤ ਜ਼ਰੂਰੀ ਹੈ। ਡੰਡੀ। ਇਸ ਸਮੇਂ ਦੀ ਠੰਡੀ ਤਾਜ਼ੀ ਹਵਾ ਸਾਡੇ ਸਰੀਰ ਵਿੱਚ ਇੱਕ ਨਵੀਂ ਜਾਨ ਪਾਉਂਦੀ ਹੈ। ਡੰਡੀ। ਛੇਤੀ ਤੁਰਨ ਨਾਲ ਹਰ ਅੰਗ ਦੀ ਵਰਜਿਸ਼ ਹੁੰਦੀ ਹੈ ਜਿਸ ਨਾਲ ਸਰੀਰ ਸੋਹਣਾ ਨਰੋਆ ਸਿਹਤਮੰਦ ਚੁਸਤ ਫੁਰਤ ਅਤੇ ਲਚਕੀਲਾ ਬਣਦਾ ਹੈ। ਡੰਡੀ। ਸੈਰ ਕਰਨ ਲਈ ਸਵੇਰ ਦਾ ਸਮਾਂ ਬਹੁਤ ਹੀ ਸੁਹਾਵਣਾ ਅਤੇ ਗੁਣਕਾਰੀ ਹੁੰਦਾ ਹੈ। ਡੰਡੀ। ਇਸ ਸਮੇਂ ਹਰ ਪਾਸੇ ਹਰਿਆਵਲ ਹੀ ਹਰਿਆਵਲ ਹੁੰਦੀ ਹੈ। ਡੰਡੀ। ਪੰਛੀ ਮਿੱਠੇ ਗੀਤ ਗਾਉਂਦੇ ਹਨ। ਡੰਡੀ। ਕਿਧਰੇ ਵੀ ਥਕਾਵਟ ਦਾ ਚਿੰਨ੍ਹ ਨਹੀਂ ਹੁੰਦਾ। ਡੰਡੀ। ਅਜਿਹੇ ਸਮੇਂ ਸੈਰ ਕਰਨ ਨਾਲ ਨਾ ਸਿਰਫ ਸਰੀਰਕ ਤਾਕਤ ਹੀ ਵੱਧਦੀ ਹੈ ਸਗੋਂ ਆਤਮਿਕ ਸ਼ਾਂਤੀ ਮਾਨਸਿਕ ਤੰਦਰੁਸਤੀ ਅਤੇ ਆਤਮ ਵਿਸ਼ਵਾਸ ਨੂੰ ਵੀ ਬਲ ਮਿਲਦਾ ਹੈ। ਡੰਡੀ। ਸਵੇਰ ਦੀ ਸੈਰ ਅਰੋਗ ਸਰੀਰ ਅਤੇ ਲੰਬੀ ਉਮਰ ਦੀ ਜਾਮਨ ਹੈ। ਡੰਡੀ। ਇਹ ਉਦਾਸੀਨਤਾ ਖਤਮ ਕਰਦੀ ਹੈ ਤਣਾਅ ਘਟਾਉਂਦੀ ਹੈ ਅਤੇ ਇਕਾਗਰਤਾ ਵਧਾਉਂਦੀ ਹੈ। ਡੰਡੀ। ਸਵੇਰੇ ਉੱਠ ਕੇ ਸੈਰ ਕਰਨ ਨਾਲ ਸੁਸਤੀ
ਨੇੜੇ ਨਹੀਂ ਆਉਂਦੀ ਅਤੇ ਹਰੇਕ ਕੰਮ ਨੂੰ ਚੁਸਤੀ ਨਾਲ ਕਰਨ ਨੂੰ ਦਿਲ ਕਰਦਾ ਹੈ, ਜਿਸ ਦੇ ਫਲ ਸਰੂਪ ਸਾਰੇ ਕੰਮ ਵਕਤ ਸਿਰ ਨਿਪਟ ਜਾਂਦੇ ਹਨ। ਡੰਡੀ। ਇਸ ਦੇ ਉਲਟ ਚਿਰਕੇ ਉੱਠਣ ਵਾਲੇ ਵਿਅਕਤੀ ਹਰ ਗੱਲੋਂ ਘਾਟੇ ਵਿੱਚ ਰਹਿੰਦੇ ਹਨ। ਡੰਡੀ। ਉਹ ਆਲਸੀ ਅਤੇ ਦਲਿੱਦਰੀ ਹੋ ਜਾਂਦੇ ਹਨ। ਡੰਡੀ। ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ। ਡੰਡੀ। ਉਹ ਕੋਈ ਕੰਮ ਸਮੇਂ ਸਿਰ ਨਜਿੱਠ ਨਹੀਂ ਸਕਦੇ। ਡੰਡੀ ਭਰਾ। ਸੈਰ ਪਿੰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਦੋਵਾਂ ਲਈ ਬਹੁਤ ਜ਼ਰੂਰੀ ਹੈ। ਡੰਡੀ। ਜੇ ਤੁਸੀਂ ਸ਼ਹਿਰ ਦੇ ਨਿਵਾਸੀ ਹੋ ਤਾਂ ਫਿਰ ਤੁਹਾਨੂੰ ਆਪਣੇ ਗਲੀ ਮੁਹੱਲੇ ਤੋਂ ਬਾਹਰ ਕਿਸੇ ਖੁੱਲ੍ਹੀ ਥਾਂ 'ਤੇ ਸੈਰ ਕਰਨੀ ਚਾਹੀਦੀ ਹੈ। ਡੰਡੀ। ਸਰਕਾਰ ਨੇ ਤਕਰੀਬਨ ਹਰ ਸ਼ਹਿਰ ਵਿੱਚ ਜਗ੍ਹਾ ਜਗ੍ਹਾ 'ਤੇ ਖੁੱਲ੍ਹੀਆਂ ਗਰਾਊਂਡਾਂ ਅਤੇ ਪਾਰਕ ਬਣਾਏ ਹੋਏ ਹਨ, ਜਿਸ ਕਰਕੇ ਕੋਈ ਖਾਸ ਮੁਸ਼ਕਲ ਪੇਸ਼ ਨਹੀਂ ਆਉਂਦੀ। ਡੰਡੀ। ਇਹ ਠੀਕ ਹੈ ਕਿ ਭਾਵੇਂ ਸਾਰੇ ਸ਼ਹਿਰ ਹੀ ਸਨਅਤੀ ਸ਼ਹਿਰਾਂ ਦਾ ਰੂਪ ਧਾਰਨ ਕਰ ਚੁੱਕੇ ਹਨ ਅਤੇ ਉੱਥੇ ਸਾਰਾ ਦਿਨ ਕਾਰਖਾਨਿਆਂ ਦਾ ਧੂੰਆਂ, ਮੋਟਰ ਕਾਰਾਂ ਅਤੇ ਬੱਸਾਂ ਆਦਿ ਦਾ ਮਿੱਟੀ ਘੱਟਾ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ, ਪਰ ਫਿਰ ਵੀ ਸਵੇਰ ਸਮੇਂ ਸ਼ਹਿਰਾਂ ਵਿੱਚ ਵੀ ਵਾਯੂਮੰਡਲ ਸਾਫ਼ ਅਤੇ ਨਰੋਆ ਹੁੰਦਾ ਹੈ, ਜੋ ਸੈਰ ਕਰਨ ਲਈ ਢੁਕਵਾਂ ਹੁੰਦਾ ਹੈ। ਡੰਡੀ। ਜੇ ਤੁਸੀਂ ਪਿੰਡ ਦੇ ਨਿਵਾਸੀ ਹੋ ਤਾਂ ਫਿਰ ਸੈਰ ਕਰਨ ਦਾ ਆਪਣਾ ਹੀ ਆਨੰਦ ਹੁੰਦਾ ਹੈ। ਡੰਡੀ। ਉੱਥੇ ਵਾਤਾਵਰਨ ਆਮ ਨਾਲੋਂ ਕਿਤੇ ਵੱਧ ਸਾਫ਼ ਅਤੇ ਸਵੱਛ ਹੁੰਦਾ ਹੈ। ਡੰਡੀ। ਸੰਖੇਪ ਵਿੱਚ ਸੈਰ ਕਰਨ ਦੇ ਲਾਭਾਂ ਨੂੰ ਦੇਖਦਿਆਂ ਹੋਇਆਂ ਸਾਨੂੰ ਹਰ ਰੋਜ਼ ਸਵੇਰੇ ਉੱਠ ਕੇ ਕਿਸੇ ਤੰਗ ਥਾਂ ਦੀ ਬਜਾਏ ਖੁੱਲ੍ਹੀ ਥਾਂ ਵੱਲ ਸੈਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ, ਤਾਂ ਕਿ ਸੈਰ ਕਰਨ ਦਾ ਮਜ਼ਾ ਹੋਰ ਵੱਧ ਸਕੇ। ਡੰਡੀ। ਇਸ ਨਾਲ ਜ਼ਿੰਦਗੀ ਹੋਰ ਰਸਪੂਰਨ ਅਤੇ ਆਨੰਦਦਾਇਕ ਬਣ ਜਾਵੇਗੀ। ਡੰਡੀ।